ਸਤਿ ਸ਼੍ਰੀ ਅਕਾਲ ਜੀ। ਮੈਂ ਹਾਂ ਸੁਖਵਿੰਦਰ ਸਿੰਘ ਸਿੱਧੂ। ਰੋਜ਼ਾਨਾ ਲੋਕ ਨਾਦ ਟੀਵੀ ਦਾ ਵਿਸ਼ੇਸ਼ ਪ੍ਰੋਗਰਾਮ ਖਬਰ ਸਵੇਰ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ। ਇਸ ਪ੍ਰੋਗਰਾਮ ਦੇ ਵਿੱਚ ਗੱਲਬਾਤ ਕਰਾਂਗੇ ਪੰਜਾਬ ਦੀ ਸਿਆਸਤ ਦੇ ਨਾਲ ਜੁੜੀਆਂ ਤੇ ਭਾਰਤ ਦੀ ਸਿਆਸਤ ਦੇ ਨਾਲ ਜੁੜੀਆਂ ਕੁਝ ਵੱਡੀਆਂ ਤੇ ਅਹਿਮ ਖਬਰਾਂ। ਸਭ ਤੋਂ ਪਹਿਲਾਂ ਗੱਲਬਾਤ ਕਰਾਂਗੇ ਕਿ ਦੋ ਮੰਤਰੀਆਂ ਦੇ ਘਰ ਦੇ ਅੰਦਰ ਈਡੀ ਦਾ ਛਾਪਾ ਪੈ ਗਿਆ ਤੇ ਕੀ ਕੁਝ ਫੜਿਆ ਗਿਆ। ਮੰਤਰੀਆਂ ਦੇ ਕੋਲੋਂ ਕਿੰਨੇ ਕਰੋੜ ਰੁਪਏ ਦੀ ਜਿਹੜੀ ਨਕਦੀ ਫੜੀ ਗਈ ਹੈ, ਮਾਮਲਾ ਕੀ ਸੀ, ਕਿਹੜੇ ਉਹ ਮੰਤਰੀ ਨੇ, ਉਸ ਤੇ ਗੱਲਬਾਤ ਕਰਾਂਗੇ। ਨਾਲ ਹੀ ਨਾਲ ਗੱਲਬਾਤ ਕਰਾਂਗੇ ਕਿ ਹੁਣ ਪੋਲ ਜਿਹੜੀ ਹੈ ਉਹ ਅਰਵਿੰਦ ਕੇਜਰੀਵਾਲ ਅਤੇ ਭਗਵੰਤ ਮਾਨ ਦੀ ਵੀ ਖੁੱਲ ਗਈ ਹੈ। ਕਿਹੜੀ ਪੋਲ ਖੁੱਲ ਗਈ ਹੈ, ਕੀ ਪੂਰਾ ਮਾਮਲਾ ਹੈਗਾ, ਕਿਵੇਂ ਬੇਵਕੂਫ ਲੋਕਾਂ ਨੂੰ ਬਣਾਇਆ ਜਾ ਰਿਹਾ ਹੈ, ਤਾਂ ਉਧਰ ਜਥੇਦਾਰ ਸਾਹਿਬ ਕੀ ਕੁਝ ਕਹਿ ਰਹੇ ਨੇ, ਉਸ ਤੇ ਵੀ ਗੱਲਬਾਤ ਕਰਾਂਗੇ। ਜਥੇਦਾਰ ਫਿਰ ਇੱਕ ਵਾਰ ਤੋਂ ਲੱਗ ਇਉਂ ਰਿਹਾ ਕਿ ਬਾਦਲਾਂ ਦੇ ਪਲੇਟਫਾਰਮ ਤੋਂ ਗੱਲ ਕਰ ਰਹੇ ਨੇ। ਇਹਨਾਂ ਸਾਰੀਆਂ ਖਬਰਾਂ ਤੇ ਵਿਸਤਾਰਪੂਰਵਕ ਚਰਚਾ ਦੇ ਲਈ ਮੇਰੇ ਨਾਲ ਜੁੜੇ ਨੇ ਪ੍ਰੋਫੈਸਰ ਮਨਜੀਤ ਸਿੰਘ ਅਣਖੀ ਸਾਹਿਬ। ਸਭ ਤੋਂ ਪਹਿਲਾਂ ਸਵਾਗਤ ਕਰਾਂਗੇ, ਫਿਰ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ। ਅਣਖੀ ਸਾਹਿਬ, ਸਵਾਗਤ ਹੈ ਪ੍ਰੋਗਰਾਮ ਦੇ ਵਿੱਚ ਜੀ। ਬਹੁਤ ਬਹੁਤ ਸ਼ੁਕਰੀਆ ਸੁਖਵਿੰਦਰ ਜੀ। ਸਰ, ਸਭ ਤੋਂ ਪਹਿਲਾਂ ਗੱਲ ਤਾਂ ਆਪਾਂ ਭਗਵੰਤ ਮਾਨ ਦੀ ਕਰ ਲਈਏ ਕਿ ਭਗਵੰਤ ਮਾਨ ਆਪਣੇ ਆਪ ਨੂੰ ਕਿਸਾਨਾਂ ਦਾ ਹਿਤੈਸ਼ੀ ਕਹਿੰਦੇ ਨੇ, ਆਪਣੇ ਆਪ ਨੂੰ ਕਿਸਾਨ ਪਰਿਵਾਰ ਦੇ ਵਿੱਚੋਂ ਕਹਿੰਦੇ ਨੇ, ਤੇ ਹੁਣ ਜਦੋਂ ਪਤਾ ਲੱਗ ਰਿਹਾ ਹੈ ਕਿ ਕਿਸਾਨਾਂ ਦੀਆਂ ਮੁਸ਼ਕਲਾਤਾਂ ਜਿਸ ਤਰੀਕੇ ਨਾਲ ਵੱਡੀਆਂ ਪਿਛਲੇ ਲੰਬੇ ਸਮੇਂ ਤੋਂ ਨੇ, ਤੇ ਭਗਵੰਤ ਮਾਨ ਹੋਰੀ ਜਿਹੜੇ ਆ ਉਹ ਲਗਾਤਾਰ ਕਹਿੰਦੇ ਰਿਹਾ ਕਿ ਅਸੀਂ ਫਸਲਾਂ ਦਾ ਜਿਹੜਾ ਬਦਲਾਅ ਤੁਹਾਨੂੰ ਦੇਵਾਂਗੇ, ਹੋਰ ਬਹੁਤ ਸਾਰੀਆਂ ਗੱਲਾਂ ਕਿਸਾਨਾਂ ਦੇ ਨਾਲ ਵਾਅਦੇ ਕਰਦੇ ਨਜ਼ਰ ਆਏ ਸੀਗੇ। ਪਰ ਹੁਣ ਪਤਾ ਲੱਗਿਆ ਕਿ ਕਿਸਾਨਾਂ ਨਾਲ ਸੰਬੰਧਿਤ, ਖੇਤੀਬਾੜੀ ਨਾਲ ਸੰਬੰਧਿਤ ਕੋਈ ਜਿਹੜੀ ਹੈ ਸਰਕਾਰ ਦੀ ਨੀਤੀ ਹੋਈ ਹੈ ਨਹੀਂ ਗੀ। ਕੀ ਪੂਰੀ ਖਬਰ ਹੈ, ਕੀ ਪੂਰਾ ਮਾਮਲਾ ਹੈ? ਸੁਖਵਿੰਦਰ ਜੀ, ਬੜੀ ਹੈਰਾਨਗੀ ਦੀ ਗੱਲ ਆ ਕਿ ਪੰਜਾਬ ਇੱਕ ਖੇਤੀਬਾੜੀ ਸੂਬਾ ਹੋਵੇ ਔਰ ਸਮੁੱਚੀ ਆਰਥਿਕਤਾ ਜਿਹੜੀ ਆ ਪੰਜਾਬ ਦੀ ਉਹ ਕਿਸਾਨੀ ਵਰਗ ਦੇ ਉੱਤੇ ਨਿਰਭਰ ਹੋਵੇ, ਪਰ ਇਸ ਦੇ ਬਾਵਜੂਦ ਪੰਜਾਬ ਸਰਕਾਰ ਦੀ ਕੋਈ ਖੇਤੀਬਾੜੀ ਨੀਤੀ ਹੀ ਨਹੀਂ। ਜਦੋਂ ਕਿ ਹਰ ਮੁੱਖ ਮੰਤਰੀ ਹਮੇਸ਼ਾ ਹੀ ਇਹ ਦਾਅਵੇ ਤੇ ਵਾਅਦੇ ਕਰਦਾ ਆਇਆ ਕਿ ਅਸੀਂ ਕਿਸਾਨਾਂ ਦੇ ਵੱਡੇ ਤੋਂ ਵੱਡੇ ਖੈਰਖਵਾਹ ਆ, ਸਾਥੋਂ ਬਿਨਾਂ ਕਿਸਾਨਾਂ ਦੀ ਕੋਈ ਸਾਰ ਹੀ ਨਹੀਂ ਲੈ ਸਕਦਾ। ਪੰਜਾਬ ਦੇ ਵਿੱਚ ਖੇਤੀ ਦਾ ਜਿਹੜਾ ਹੈਗਾ ਕਿਸਾਨੀ ਵਰਗ, ਅਸੀਂ ਉਹਦੇ ਵਾਸਤੇ ਸਭ ਕੁਝ ਕਰਨ ਨੂੰ ਤਿਆਰ ਹਾਂ, ਪਰ ਤਰਾਸਦੀ ਇਹ ਗੱਲ ਆ ਕਿ ਖੇਤੀਬਾੜੀ ਪੰਜਾਬ ਸਰਕਾਰ ਦੀ ਹੈ ਹੀ ਨਹੀਂ। ਇਹਦੇ ਵਿੱਚ ਅਸੀਂ ਇਹ ਆਮ ਆਦਮੀ ਪਾਰਟੀ ਦੀ ਗੱਲ ਤਾਂ ਚਲੋ ਬਾਅਦ ਚ ਕਰਦੇ ਹਾਂ। ਜੇਕਰ ਗੱਲ ਅਸੀਂ ਪਿਛਲੀਆਂ ਸਰਕਾਰਾਂ ਦੀ ਵੀ ਗੱਲ ਕਰੀਏ, ਕਿਉਂਕਿ ਜਿਹੜਾ ਵੀ ਪੰਜਾਬ ਦਾ ਮੁੱਖ ਮੰਤਰੀ ਬਣਦਾ ਰਿਹਾ ਉਹ ਹਮੇਸ਼ਾ ਜੱਟ ਸਿੱਖ ਵਰਗ ਦੇ ਵਿੱਚੋਂ ਹੀ ਬਣਦਾ ਰਿਹਾ। ਜਦ ਤੇ ਪੰਜਾਬ ਦੇ ਵਿੱਚ ਇਸ ਗੱਲ ਦਾ ਸਾਫ਼ ਅਰਥ ਇਹੋ ਹੀ ਹੁੰਦਾ ਕਿ ਜਿਹੜਾ ਜੱਟ ਸਿੱਖ ਆ ਉਹ ਕਿਸਾਨ ਹੈਗਾ, ਚਾਹੇ ਉਹ ਪ੍ਰਕਾਸ਼ ਸਿੰਘ ਬਾਦਲ ਹੋਣੀ ਹੋਣ, ਚਾਹੇ ਉਹ ਦੂਸਰੇ ਪਾਸੇ ਕੈਪਟਨ ਅਮਰਿੰਦਰ ਸਿੰਘ ਹੋਣੀ ਹੋਣ, ਚਾਹੇ ਉਸ ਤੋਂ ਪਹਿਲਾਂ ਹੋਣ, ਜਿਹੜੇ ਵੀ ਹੋਏ ਨੇ ਉਹਨਾਂ ਦਾ ਕੰਮ ਜਿਹੜਾ ਕਿਸਾਨੀ ਵਰਗ ਨਾਲ ਸੰਬੰਧਿਤ ਰਿਹਾ। ਪਰ ਕਿਸੇ ਵੀ ਮੁੱਖ ਮੰਤਰੀ ਨੇ ਜਾਂ ਕਿਸੇ ਵੀ ਰਾਜ ਪਾਰਟੀ ਦੀ ਸਰਕਾਰ ਨੇ ਖੇਤੀਬਾੜੀ ਨੀਤੀ ਬਣਾਈ ਨਹੀਂ। ਗੱਲ ਜਿਹੜੀ ਹੈ 2012 ਜਾਂ 2013 ਤੋਂ ਸ਼ੁਰੂ ਹੁੰਦੀ ਹੈ ਕਿ ਉਸ ਵਕਤ ਸਰਕਾਰ ਨੇ ਖੇਤੀਬਾੜੀ ਨੀਤੀ ਬਣਾਉਣ ਦੀ ਜਿਹੜੀ ਯੋਜਨਾ ਤਿਆਰ ਕੀਤੀ। ਉਸ ਵੇਲੇ ਪ੍ਰਕਾਸ਼ ਸਿੰਘ ਬਾਦਲ ਦੀ ਸਰਕਾਰ ਸੀ, ਅਕਾਲੀ ਭਾਜਪਾ ਸਰਕਾਰ। 2012 ਚ ਰਿਪੋਰਟ ਬਣਦੀ ਆ ਖੇਤੀਬਾੜੀ ਨੀਤੀ ਪੰਜਾਬ ਸਰਕਾਰ ਦੀ ਕੀ ਹੋਣੀ ਚਾਹੀਦੀ ਆ, ਤੇ 2013 ਦੇ ਵਿੱਚ ਉਸ ਦਾ ਖਰੜਾ ਬਣਾ ਕੇ ਮੁੱਖ ਮੰਤਰੀ ਦੀ ਟੇਬਲ ਤੇ ਪਹੁੰਚਾ ਦਿੱਤਾ ਜਾਂਦਾ, ਪਰ ਕਦੇ ਉਸ ਦੀ ਮੀਟਿੰਗ ਹੀ ਨਹੀਂ ਹੁੰਦੀ। ਉਸ ਜਿਹੜੀ ਖੇਤੀਬਾੜੀ ਦਾ ਨੀਤੀ ਦਾ ਖਰੜਾ ਜਿਹੜਾ ਭੇਜਿਆ ਗਿਆ ਮੁੱਖ ਮੰਤਰੀ ਸਾਹਿਬ ਕੋਲ, ਉਹ ਕਦੀ ਖੁੱਲ੍ਹਾ ਹੀ ਨਹੀਂ। ਉਹ ਸਰਕਾਰ ਚਲੀ ਗਈ। ਉਸ ਤੋਂ ਬਾਅਦ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਜਿਹੜੀ ਹੁੰਦੀ ਹੈ, ਕੈਪਟਨ ਅਮਰਿੰਦਰ ਸਿੰਘ ਹੁਣੀ ਵੀ ਆਣ ਕੇ ਖੇਤੀਬਾੜੀ ਨੀਤੀ ਬਣਾਉਣ ਬਾਰੇ ਸੋਚਦੇ ਆ, ਪਰ ਸੋਚਦੇ ਆ 2018 ਦੇ ਵਿੱਚ ਅਜੇਵੀਰ ਸਿੰਘ ਜਾਖੜ ਜਿਹੜਾ ਬੰਦਾ ਆ ਉਸ ਦੀ ਡਿਊਟੀ ਲਈ ਜਾਂਦੀ ਆ ਕਿ ਤੁਸੀਂ ਇਹਦੇ ਸੰਬੰਧੀ ਇੱਕ ਰਿਪੋਰਟ ਤਿਆਰ ਕਰੋ। ਉਹ ਰਿਪੋਰਟ ਤਿਆਰ ਹੁੰਦੀ ਆ, ਪਰ ਉਹ ਰਿਪੋਰਟ ਵੀ ਪਹਿਲੀਆਂ ਰਿਪੋਰਟਾਂ ਵਾਂਗੂ ਖਤਮ ਹੋ ਜਾਂਦੀ ਹੈ। ਕਦੇ ਵਿਧਾਨ ਸਭਾ ਦੇ ਵਿੱਚ ਉਹ ਰਿਪੋਰਟ ਪਹੁੰਚਦੀ ਨਹੀਂ ਤੇ ਨਾ ਹੀ ਉਸ ਤੇ ਚਰਚਾ ਹੁੰਦੀ ਹੈ। ਦੋ ਸਰਕਾਰਾਂ ਬੀਤ ਜਾਂਦੀਆਂ, ਖੇਤੀਬਾੜੀ ਨੀਤੀ ਖਤਮ ਹੋ ਜਾਂਦੀ ਹੈ, ਔਰ ਉਸੇ ਦੌਰ 'ਚ ਕਿਸਾਨੀ ਅੰਦੋਲਨ ਦਿੱਲੀ ਦੀਆਂ ਬਰੂਹਾਂ ਤੇ ਸ਼ੁਰੂ ਹੁੰਦਾ ਤੇ ਪੰਜਾਬ ਸਰਕਾਰ ਉਸ ਕਿਸਾਨੀ ਅੰਦੋਲਨ ਵਿੱਚ ਇੱਕ ਕਿਸਮ ਦੀ ਕਿਸਾਨਾਂ ਦੀ ਪਿੱਠ ਤੇ ਖਲੋਤੀ ਨਜ਼ਰ ਆਉਂਦੀ ਹੈ। ਪਰ ਇਸ ਸਭ ਦੇ ਬਾਵਜੂਦ ਖੇਤੀਬਾੜੀ ਨੀਤੀ ਫਿਰ ਨਹੀਂ ਬਣਦੀ। ਉਸ ਤੋਂ ਬਾਅਦ ਭਗਵੰਤ ਸਿੰਘ ਮਾਨ ਹੋਣਾ ਦੀ ਸਰਕਾਰ ਆਉਂਦੀ ਹੈ। ਭਗਵੰਤ ਸਿੰਘ ਮਾਨ ਹੋਣੀ ਆਪਣੇ ਆਪ ਨੂੰ ਕਿਸਾਨੀ ਪੁੱਤ ਦੱਸਦੇ ਹੋਏ, ਕਿਸਾਨ ਦੱਸਦੇ ਹੋਏ ਖੇਤੀਬਾੜੀ ਵਿਭਿੰਨਤਾ ਲਿਆਉਣ ਵਾਸਤੇ ਗੱਲਬਾਤ ਕਰਦੇ ਆ, ਲੋਕਾਂ ਨੂੰ ਫਸਲੀ ਚੱਕਰ ਤੋਂ ਬਾਹਰ ਕੱਢਣ ਦੀ ਗੱਲ ਕਰਦੇ ਆ, ਔਰ ਵੰਨ ਸੁਵੰਨੀਆਂ ਫਸਲਾਂ ਲਾ ਕੇ ਵੱਧ ਤੋਂ ਵੱਧ ਜਿਹੜੇ ਆਪਣੀ ਆਰਥਿਕਤਾ ਸੁਧਾਰਨ ਦਾ ਜਿਹੜਾ ਸੰਦੇਸ਼ ਹੈ ਦਿੰਦੇ ਆ। ਔਰ ਪਹਿਲੀ ਵਾਰੀ ਪੰਜਾਬ 'ਚ ਉਹ ਝੋਨੇ ਦੀ ਸਿੱਧੀ ਬਿਜਾਈ ਦੀ ਗੱਲ ਵੀ ਕਰਦੇ ਆ। ਪਰ
ਮਜ਼ੇ ਦੀ ਗੱਲ ਇਹ ਆ ਕਿ ਇਹ ਵੀ ਸਰਕਾਰ ਖੇਤੀਬਾੜੀ ਨੀਤੀ ਬਣਾਉਣ ਦੇ ਵਿੱਚ ਪੂਰਨ ਤੌਰ ਤੇ ਉਸੇ ਤਰੀਕੇ ਨਾਲ ਅਸਫਲ ਰਹਿੰਦੀ ਆ ਜਿਸ ਤਰੀਕੇ ਨਾਲ ਬੀਤੀ ਦੀਆਂ ਸਰਕਾਰਾਂ ਜਿਹੜੀਆਂ ਉਹ ਫੇਲ ਹੋਈਆਂ ਨੇ। ਹੁਣ ਪ੍ਰਸ਼ਨ ਜਿਹੜਾ ਇਹ ਆ ਸੁਖਵਿੰਦਰ ਜੀ, ਜੇਕਰ ਸਾਡੀ ਖੇਤੀਬਾੜੀ ਨੀਤੀ ਹੀ ਨਹੀਂ ਤਾਂ ਫਿਰ ਅਸੀਂ ਕਿਸਾਨਾਂ ਦੀਆਂ, ਉਹਨਾਂ ਦੀਆਂ ਮੁਸ਼ਕਲਾਂ ਦੀਆਂ ਕਿਸ ਤਰੀਕੇ ਨਾਲ ਤੇ ਪਤਾ ਲਾ ਸਕਾਂਗੇ। ਤੇ ਇਸ ਦੇ ਨਾਲ ਹੀ ਨਾਲ ਕਿਸਾਨਾਂ ਨੂੰ ਫਸਲੀ ਚੱਕਰ ਤੋਂ ਬਾਹਰ ਕੱਢਣ ਵਾਸਤੇ ਹੋਰ ਸਰਕਾਰ ਦੇ ਕੀ ਯਤਨ ਨੇ? ਉਹ ਯਤਨ ਤਾਂ ਜ਼ਰੂਰ ਨੇ ਜਿਹੜਾ ਮੁੱਖ ਮੰਤਰੀ ਜਾਂ ਮੰਤਰੀ ਜਾਂ ਕੋਈ ਹੋਰ ਵਿਧਾਇਕ ਸਟੇਜਾਂ ਤੋਂ ਬੋਲ ਦਿੰਦੇ ਨੇ ਕਿ ਕਿਸਾਨਾਂ ਨੂੰ ਇਸ ਤਰ੍ਹਾਂ ਨਹੀਂ ਇਹ ਕਰਨਾ ਚਾਹੀਦਾ, ਕਿਸਾਨਾਂ ਨੂੰ ਇਹ ਨਹੀਂ ਉਹ ਕਰਨਾ ਚਾਹੀਦਾ, ਤੇ ਪਰ ਉਹ ਨੀਤੀ ਜਿਸ ਨੀਤੀ ਦੇ ਆਧਾਰ ਤੇ ਉੱਤੇ ਕਿਸਾਨਾਂ ਨੇ ਆਪਣੇ ਉਸ ਫਸਲੀ ਚੱਕਰ ਨੂੰ ਵਿੱਚੋਂ ਨਿਕਲਣ ਵਾਸਤੇ ਸਰਕਾਰ ਦੀਆਂ ਨੀਤੀਆਂ ਤੇ ਚੱਲਦਿਆਂ ਹੋਇਆਂ ਆਪਣੀ ਆਰਥਿਕਤਾ ਨੂੰ ਸੁਧਾਰਨਾ, ਉਹਦੇ ਸੰਬੰਧੀ ਨਾ ਤਾਂ ਕਿਸਾਨ ਸਚੇਤ ਆ, ਨਾ ਕਿਸਾਨ ਜਥੇਬੰਦੀਆਂ ਸਚੇਤ ਆ, ਤੇ ਨਾ ਹੀ ਸਰਕਾਰ ਇਸ ਸੰਬੰਧੀ ਗੰਭੀਰ ਹੈਗੀ ਆ। ਕਿਉਂਕਿ ਜੇਕਰ ਖੇਤੀਬਾੜੀ ਨੀਤੀ ਬਣਦੀ, ਹਾਲਾਂਕਿ ਕੇਂਦਰ ਸਰਕਾਰ ਨੇ ਹਰ ਸਰਕਾਰ ਨੂੰ, ਮਾਫ ਕਰਦਾ ਪੰਜਾਬ ਸਰਕਾਰ ਨੂੰ ਇਹ ਗੱਲ ਕਹੀ ਕਿ ਤੁਸੀਂ ਆਪਣੀ ਖੇਤੀਬਾੜੀ ਨੀਤੀ ਬਣਾਓ, ਸਾਡੇ ਕੋਲ ਜਿਹੜੇ ਫੰਡ ਲੈਣੇ ਤੁਸੀਂ ਲਓ, ਪਰ ਇਸ ਦੇ ਬਾਵਜੂਦ ਜਿਹੜੀ ਆ ਮੌਜੂਦਾ ਸਰਕਾਰ ਨੇ ਇਹਦੇ ਸੰਬੰਧੀ ਕੋਈ ਵੀ ਆਪਣੀ ਗੰਭੀਰਤਾ ਜਿਹੜੀ ਨਹੀਂ ਦਿਖਾਈ। ਅਗਲਾ ਪੱਖ ਇਹ ਹੈ ਕਿ ਇੰਨੀਆਂ 32 ਕਿਸਾਨ ਜਥੇਬੰਦੀਆਂ ਜਿਹੜਾ SKM ਬਣਿਆ, ਉਹਨਾਂ ਕਿਸਾਨ ਜਥੇਬੰਦੀਆਂ ਨੇ ਵੀ ਕਦੇ ਵੀ ਇਸ ਸੰਬੰਧੀ ਕਦੀ ਮੰਗ ਨਹੀਂ ਉਠਾਈ ਕਿ ਤੁਸੀਂ ਕੋਈ ਖੇਤੀਬਾੜੀ ਨੀਤੀ ਜਿਹੜੀ ਆ ਨਿਰਧਾਰਿਤ ਕਰੋ ਤਾਂ ਜੋ ਕਿਸਾਨਾਂ ਨੂੰ ਵੀ ਇਹ ਪਤਾ ਲੱਗ ਸਕੇ ਕਿ ਉਹਨਾਂ ਦੇ ਹੱਕ ਜਾਂ ਉਹਨਾਂ ਦੇ ਹਿੱਤ ਜਿਹੜੇ ਨੇ ਉਹ ਕਿਸ ਪੱਖ ਤੋਂ ਸੁਰੱਖਿਅਤ ਜਿਹੜੀ ਸਰਕਾਰ ਜਿਹੜੀ ਕਰ ਸਕਦੀ ਹੈ ਜਾਂ ਕੀਤੀ ਆ। ਜਿਸ ਤਰੀਕੇ ਨਾਲ ਹਰ ਰਾਜ ਦੇ ਵਿੱਚ ਉਦਯੋਗ ਨੀਤੀ ਹੁੰਦੀ ਆ, ਆਬਕਾਰੀ ਨੀਤੀ ਹੁੰਦੀ ਹੈ, ਕਈ ਨੀਤੀਆਂ ਹੁੰਦੀਆਂ ਨੇ, ਪਰ ਖੇਤੀਬਾੜੀ ਨੀਤੀ ਪਿਛਲੇ 20 ਸਾਲਾਂ ਤੋਂ ਪੰਜਾਬ ਸਰਕਾਰ ਜਿਹੜੀ ਵੀ ਸਮੇਂ ਦੀ ਸਰਕਾਰ ਆਈ ਉਹਨਾਂ ਨੇ ਬਣਾਈ ਨਹੀਂ। ਈਵਨ ਕਿ ਜਿਹੜਾ ਵੀ ਖੇਤੀਬਾੜੀ ਮੰਤਰੀ ਹੁੰਦਾ ਰਿਹਾ, ਜਿਸ ਤਰੀਕੇ ਨਾਲ ਪਿਛਲੇ ਦਿਨਾਂ ਦੇ ਵਿੱਚ ਤੁਹਾਨੂੰ ਯਾਦ ਹੋਵੇਗਾ ਕਿ ਇੱਕ ਘੁਟਾਲੇ ਦਾ ਪਤਾ ਲੱਗਾ ਸੀ ਜੋ ਕੇਂਦਰ ਸਰਕਾਰ ਨੇ ਖੇਤੀਬਾੜੀ ਮਹਿਕਮੇ ਨੂੰ ਭੇਜਿਆ, ਤੇ ਕਰੋੜਾਂ ਦੀ ਹਿਸਾਬ ਨਾਲ ਰਾਸ਼ੀ ਸੀ ਜਿਹਦੇ ਵਿੱਚ ਫਸਲਾਂ ਦੀ ਰਹਿੰਦ ਖੂੰਹਦ ਨੂੰ ਸਾੜਨ ਵਾਸਤੇ, ਪਰਾਲੀ ਨੂੰ ਸਾੜਨ ਵਾਸਤੇ ਮਸ਼ੀਨਾਂ ਖਰੀਦਣਾ ਸੀ, ਮਸ਼ੀਨਾਂ ਖਰੀਦੀਆਂ ਜਾਣੀਆਂ ਸੀ ਔਰ ਉਸ ਦੇ ਨਾਲ ਹੀ ਨਾਲ ਕਿਸਾਨਾਂ ਨੂੰ ਵਿੱਤੀ ਸਹਾਇਤਾ ਵੀ ਪ੍ਰਦਾਨ ਕੀਤੀ ਜਾਣੀ ਸੀ। ਪਰ ਉਹ ਸਭ ਕੁਝ ਪਤਾ ਨਹੀਂ ਕਿੱਥੇ ਖੁਰਦ ਬੁਰਦ ਹੋ ਗਿਆ, ਤੇ ਸ਼ਾਇਦ ਇਸੇ ਹੀ ਕਾਰਨ ਖੇਤੀਬਾੜੀ ਨੀਤੀਆਂ ਸਰਕਾਰ ਵੱਲੋਂ ਬਣਾਈਆਂ ਹੀ ਨਹੀਂ ਜਾਂਦੀਆਂ, ਕਿਉਂਕਿ ਜੇਕਰ ਖੇਤੀਬਾੜੀ ਨੀਤੀ ਬਣੇਗੀ ਤਾਂ ਫਿਰ ਜਿਹੜੀ ਕੇਂਦਰ ਕੋਲ ਗ੍ਰਾਂਟ ਆਉਣੀ ਆ ਉਸ ਨੂੰ ਫਿਰ ਵੰਡਣ ਦਾ ਤਰੀਕਾ ਵੀ ਉਹਦੇ ਵਿੱਚ ਦਰਸਾਉਣਾ ਪਏਗਾ। ਤਾਂ ਫਿਰ ਇਹਦੇ ਨਾਲੋਂ ਚੰਗਾ ਇਹੋ ਹੀ ਆ ਕਿ ਕਿਸਾਨ ਨੀਤੀ, ਮਾਫ ਕਰਨਾ, ਖੇਤੀਬਾੜੀ ਨੀਤੀ ਬਣਾਈ ਨਾ ਜਾਵੇ, ਜੋ ਹੁੰਦਾ ਉਹ ਸ਼ਖਸ ਕਾ ਲਿਆ ਜਾਵੇ। ਇਹੋ ਹੀ ਹਾਲ ਪਿਛਲੀਆਂ ਸਰਕਾਰਾਂ ਦਾ ਤੇ ਇਹੋ ਹੀ ਹਾਲ ਜਿਹੜਾ ਆ ਪੰਜਾਬ ਦੀ ਮੌਜੂਦਾ ਸਰਕਾਰ ਦਾ ਸਪਸ਼ਟ ਤੌਰ ਤੇ ਲੱਗ ਗਿਆ। ਇਹਦੇ ਵਿੱਚ ਅਰਵਿੰਦ ਕੇਜਰੀਵਾਲ ਦੀ ਡਿਊਟੀ ਸਮਝ ਲਓ, ਜ਼ਿੰਮੇਵਾਰ ਸਮਝ ਲਓ, ਚਾਹੇ ਭਗਵੰਤ ਸਿੰਘ ਮਾਨ ਹੋਣੀ ਸਮਝ ਲਓ, ਹਾਲਾਤ ਉੱਥੇ ਦੇ ਉੱਥੇ ਨੇ। ਮੱਕੀ ਦੇ ਉੱਤੇ MSP ਦੇਣ ਦੀ ਗੱਲ ਕਰਦੇ ਨੇ, ਮੂੰਗੀ ਦੇ ਉੱਤੇ MSP ਦੇਣ ਦੀ ਗੱਲ ਕਰਦੇ ਆ, ਪਰ ਖੇਤੀਬਾੜੀ ਨੀਤੀ ਦੇ ਉੱਤੇ ਭਗਵੰਤ ਮਾਨ ਦੀ ਸਰਕਾਰ ਚੁੱਪ ਆ। ਜੇਕਰ ਅਸੀਂ ਵਾਕਿਆ ਹੀ ਕਿਸਾਨਾਂ ਦੀਆਂ ਸਥਿਤੀਆਂ ਨੂੰ ਸੁਧਾਰਨ ਵਾਸਤੇ ਪੂਰਨ ਤੌਰ ਤੇ ਵਚਨਬੱਧ ਆ, ਮਨ ਦੇ ਵਿੱਚ ਇਹ ਗੱਲ ਆ ਕਿ ਅਸੀਂ ਕਿਸਾਨਾਂ ਦੀ ਸਥਿਤੀ ਬਦਲਣੀ ਆ, ਤਾਂ ਫਿਰ ਸੁਖਵਿੰਦਰ ਜੀ ਇਹ ਜ਼ਰੂਰੀ ਆ ਕਿ ਤੁਹਾਨੂੰ ਖੇਤੀਬਾੜੀ ਨੀਤੀ ਜਿਹੜੀ ਜ਼ਰੂਰ ਬਣਾਉਣੀ ਪਏਗੀ। ਤੁਸੀਂ ਦੇਖ ਲਓ, ਮੈਨੂੰ ਚੇਤਾ ਕਿ ਨਵਜੋਤ ਸਿੰਘ ਸਿੱਧੂ ਗੱਲ ਕਰਦੇ ਹੁੰਦੇ ਸੀਗੇ ਕਿ ਭਾਈ ਠੀਕ ਆ ਤੁਸੀਂ ਕਿਸਾਨਾਂ ਦਾ ਕਰਜ਼ਾ ਮਾਫ ਕਰ ਦਿਓ ਤਾਂ ਕਿ ਫਿਰ ਕਿਸਾਨਾਂ ਤੇ ਦੁਬਾਰਾ ਕਰਜ਼ਾ ਜਿਹੜਾ ਉਹ ਚੜੂਗਾ ਨਹੀਂ, ਕਿਸਾਨਾਂ ਨੂੰ ਤੁਸੀਂ ਮੁਆਵਜ਼ਾ ਦੇ ਦਿਓ ਕਿ ਦੁਬਾਰਾ ਫਿਰ ਕਿਸਾਨਾਂ ਦੀ ਜਿਹੜੀ ਫਸਲ ਖਰਾਬ ਨਹੀਂ ਹੋਊਗੀ, ਕਿਸਾਨਾਂ ਦੀਆਂ ਤੁਸੀਂ 100 ਪ੍ਰੋਬਲਮਸ ਹੱਲ ਕਰ ਦਿਓ ਕਿ ਉਹ ਦੁਬਾਰਾ ਪ੍ਰੋਬਲਮਸ ਖੜੀਆਂ ਹੋਣਗੀਆਂ ਨਹੀਂ। ਉਹਨੂੰ ਕਹਿੰਦੇ ਸੀ ਕਿਸੇ ਨੂੰ ਮੁਆਵਜ਼ਾ ਦੇਣਾ, ਕਿਸੇ ਦਾ ਕਰਜ਼ ਮਾਫ ਕਰਨਾ ਪੁਖਤਾ ਤੇ ਪੱਕਾ ਹੱਲ ਨਹੀਂ, ਹੱਲ ਹੈ ਕਿਸਾਨਾਂ ਦੀਆਂ ਜਿਹੜੀਆਂ ਪ੍ਰੋਬਲਮਸ ਆ ਰਹੀਆਂ ਨੇ ਉਹਨਾਂ ਨੂੰ ਰੋਕਿਆ ਕਿਵੇਂ ਜਾਵੇ। ਉਹ ਜਿਹੜੀਆਂ ਚੀਜ਼ਾਂ ਸੀ ਫਸਲੀ ਖਰਾਬ ਹੋਣ ਤੋਂ ਜਾਨੀ ਕਿ ਉਹਨਾਂ ਨੇ ਕਿਹਾ ਸੀ ਨੀਤੀਆਂ ਜਿਹੜੀਆਂ ਖੇਤੀਬਾੜੀ ਦੇ ਲਈ ਇਹੋ ਜਿਹੀਆਂ ਬਣਾਈਆਂ ਜਾਣ, ਨੀਤੀਆਂ ਕਿਸਾਨਾਂ ਦੇ ਲਈ ਇਹੋ ਜਿਹੀਆਂ ਬਣਾਈਆਂ ਜਾਣ ਜਿਹੜੇ ਕਿ ਉਹਨਾਂ ਦੇ ਲਈ ਲਾਭਦਾਇਕ ਸਿੱਧ ਹੋਣ ਔਰ ਉਹਨਾਂ ਨੂੰ ਖਰਚਾ ਜਿਹੜਾ ਕਰਜ਼ਾ ਜਿਹੜਾ ਨਾ ਚੱਕਣਾ ਪਵੇ, ਉਹਨਾਂ ਦੀ ਜਿਹੜੀ ਫਸਲ ਖਰਾਬ ਨਾ ਹੋਣ, ਕੋਈ ਦਵਾਈਆਂ, ਕੀਟਨਾਸ਼ਕ ਦਵਾਈਆਂ, ਕੋਈ ਬੀਜ ਜਿਹੜੇ ਆ ਅਜਿਹੇ ਹੋਣੇ ਚਾਹੀਦੇ ਆ। ਯਾਨੀ ਕਿ ਪਾਲਿਸੀ ਇੱਕ ਬੜਾ ਮੈਟਰ ਕਰਦੀ ਹੈ ਜੇਕਰ ਕਿਸਾਨਾਂ ਦੀ ਜਿਹੜੀ ਹੈ ਹਾਲਾਤ ਸੁਧਾਰਨੇ ਹੈ। ਕਿਉਂਕਿ ਮੈਂ ਫਿਰ ਉਹੀ ਗੱਲ ਕਹੂੰਗਾ ਕਿ ਕਰਜ਼ੇ ਮੁਆਫ ਕਰ ਦੇਣੇ ਕਿਸਾਨਾਂ ਦੇ ਉਹ ਕੋਈ ਹੱਲ ਨਹੀਂ, ਪੱਕਾ ਹੱਲ ਨਹੀਂ, ਕਿਉਂਕਿ ਦੁਬਾਰਾ ਫਿਰ ਕਰਜ਼ੇ ਉਹਨੂੰ ਪੈ ਸਕਦੇ ਆ। ਮੁਆਵਜ਼ੇ ਦੇਣੇ ਇਹ ਵੀ ਕੋਈ ਪੱਕਾ ਹੱਲ ਨਹੀਂ, ਦੁਬਾਰਾ ਫਿਰ ਮੁਆਵਜ਼ੇ ਦੇਣੇ ਪੈ ਸਕਦੇ ਆ। ਗੱਲ ਪੱਕੀ ਇਹੀ ਹੈ, ਮੈਂ ਫਿਰ ਦੁਬਾਰਾ ਦੁਹਰਾਉਣਾ ਨਵਜੋਤ ਸਿੰਘ ਸਿੱਧੂ ਵਾਲੀ ਗੱਲ ਕਿ ਪੱਕਾ ਹੱਲ ਅਜਿਹਾ ਕੀਤਾ ਜਾਣਾ ਚਾਹੀਦਾ ਹੈ, ਅਜਿਹੀਆਂ ਪਾਲਿਸੀਜ਼ ਬਣਨੀਆਂ ਚਾਹੀਦੀਆਂ ਜਿਹੜੇ ਕਿ ਕਿਸਾਨਾਂ ਦੇ ਲਾਭਦਾਇਕ ਹੋਣ, ਉਹਨਾਂ ਦੀਆਂ
ਫਸਲਾਂ ਜਿਹੜੀਆਂ ਖਰਾਬ ਨਾ ਹੋਣ, ਕੀਟਨਾਸ਼ਕ ਦਵਾਈਆਂ ਜਾਂ ਬੀਜ ਇਹੋ ਜਿਹੇ ਹੋਣੇ ਚਾਹੀਦੇ ਆ, ਔਰ ਲਾਭਦਾਇਕ ਇੰਨਾ ਕੁ ਹੋ ਜਾਵੇ ਕਿ ਉਹਨਾਂ ਨੂੰ ਕਰਜ਼ਾ ਚੱਕਣ ਦਾ ਜਿਹੜਾ ਉਹ ਲੋੜ ਨਾ ਪਵੇ। ਨੀਤੀ ਤੇ ਬਹੁਤ ਅੰਕੀ ਸਾਹਿਬ ਨਿਰਭਰ ਕਰਦਾ, ਪਰ ਹੈਰਾਨੀ ਦੀ ਗੱਲ ਇਹ ਹੈ ਕਿ ਖੇਤੀ ਪ੍ਰਧਾਨ ਸੂਬਾ ਜਿਹੜਾ ਪੰਜਾਬ ਹੈ, ਉਹਦਾ ਜਿਹੜਾ ਮੁੱਖ ਮੰਤਰੀ ਹੈ, ਚਾਹੇ ਮੌਜੂਦਾ ਹੋਵੇ ਚਾਹੇ ਪਿਛਲੇ ਹੋਣ, ਉਹਨਾਂ ਨੇ ਜਿਹੜਾ ਸਿਰਫ ਖੇਤੀ ਦੇ ਪਾਲਿਸੀ ਦੇ ਨਾਮ ਤੇ ਕਿਸਾਨਾਂ ਨੂੰ ਜਿਹੜਾ ਬੇਵਕੂਫ ਬਣਾਇਆ। ਉਹਨਾਂ ਨੇ ਕਿਸੇ ਵੀ ਤਰੀਕੇ ਦੇ ਨਾਲ ਗੱਲ ਜਿਹੜੀ ਆ ਕਿਸਾਨਾਂ ਦੇ ਹੱਕ ਦੀ ਪਾਲਿਸੀ ਦੇ ਲਿਆਉਣ ਦੀ ਨਹੀਂ ਕੀਤੀ। ਔਰ ਦੂਜੀ ਗੱਲ ਇਹ ਹੈ ਕਿ ਦੇਖੋ, ਜਿਹੜੀਆਂ ਪਿਛਲੀਆਂ ਸਰਕਾਰਾਂ ਨੇ ਜੋ ਕੁਝ ਕੀਤਾ ਉਹ ਤਾਂ ਉਹਨਾਂ ਨੇ ਭੁਗਤ ਲਿਆ, ਔਰ ਜਿਸ ਤਰੀਕੇ ਦੇ ਨਾਲ ਲਗਾਤਾਰ ਹਾਸ਼ੀਏ ਤੇ ਜਾ ਰਹੇ ਨੇ, ਉਹ ਭੁਗਤਦੇ ਹੀ ਜਾ ਰਹੇ ਨੇ, ਲਗਾਤਾਰ ਆਪਣੇ ਕੀਤੇ ਦੀਆਂ ਸਜ਼ਾਵਾਂ ਪਾ ਰਹੇ ਨੇ। ਪਰ ਹੁਣ ਬਦਲਾਅ ਦੇ ਤੌਰ ਤੇ ਆਈ ਜਿਹੜੀ ਸਰਕਾਰ ਹੈ, ਉਹ ਤਾਂ ਕੁਝ ਕਰੇ ਅਣਖੀ ਸਾਹਿਬ। ਸੁਖਵਿੰਦਰ ਜੀ, ਬਿਲਕੁਲ ਇਹ ਜ਼ਰੂਰੀ ਹੈ। ਤੁਸੀਂ ਕੇਵਲ ਖੇਤੀਬਾੜੀ ਦੀ ਨੀਤੀ ਦੀ ਹੀ ਗੱਲ ਨਾ ਕਰੋ ਕਿ ਹਰ ਵਰਗ, ਹਰ ਖੇਤਰ ਦੇ ਵਿੱਚ ਜੇਕਰ ਤੁਸੀਂ ਬਦਲਾਵ ਚਾਹੁੰਦੇ ਜੀ ਤਾਂ ਤੁਹਾਨੂੰ ਨੀਤੀਆਂ ਉੱਥੇ ਨਿਰਧਾਰਿਤ ਕਰਨੀਆਂ ਪੈਣਗੀਆਂ। ਜੇਕਰ ਤੁਸੀਂ ਇਸ ਤੋਂ ਗਾਂ ਉਦਯੋਗ ਨੀਤੀ ਦੀ ਪੰਜਾਬ ਦੀ ਗੱਲ ਕਰ ਲਓ, ਆਬਕਾਰੀ ਨੀਤੀ ਦੀ ਗੱਲ ਕਰ ਲਓ, ਜਿਸ ਤਰੀਕੇ ਨਾਲ ਮੌਜੂਦਾ ਸਰਕਾਰ ਦੇ ਆਬਕਾਰੀ ਨੀਤੀ ਨੂੰ ਲਿਆਂਦਾ, ਤਾਂ ਆਬਕਾਰੀ ਨੀਤੀ ਨੂੰ ਲਾਗੂ ਕਰਨ ਤੋਂ ਪਹਿਲਾਂ ਹੀ ਉਹ ਵਾਦ ਵਿਵਾਦਾਂ ਦੇ ਵਿੱਚ ਫਸ ਗਈ ਤੇ ਉਹ ਮੁੱਦਾ ਹਾਈ ਕੋਰਟ ਦੇ ਵਿੱਚ ਚਲਾ ਗਿਆ। ਉਹਨਾਂ ਨੇ ਲਿਆਂਦਾ ਦਿੱਲੀ ਦੇ ਆਧਾਰ ਤੇ ਸੀ, ਤੇ ਜੋ ਤਾਜ਼ਾ ਸੂਚਨਾਵਾਂ ਸਾਡੇ ਤੱਕ ਪਹੁੰਚੀਆਂ ਨੇ ਉਹਦੇ ਅਨੁਸਾਰ ਜਿਹੜੀ ਦਿੱਲੀ ਦੀ ਆਬਕਾਰੀ ਨੀਤੀ ਆ, ਉਹਦੇ ਉੱਤੇ ਵੀ ਪ੍ਰਸ਼ਨ ਚਿੰਨ੍ਹ ਜਿਹੜਾ ਲੱਗਦਾ ਜਾ ਰਿਹਾ, ਤੇ ਉਹਦੇ ਉੱਤੇ ਵੀ ਜਿਹੜੇ ਉੱਥੋਂ ਦੇ ਉਪ ਰਾਜਪਾਲ ਨੇ, ਉਹਨਾਂ ਨੇ ਉਸ ਦੀ ਇਨਕੁਆਇਰੀ ਜਿਹੜੀ ਜਾਂਚ ਆ ਉਹ ਮਾਰਕ ਕਰ ਦਿੱਤੀ ਆ। ਕਿਹਾ ਗਿਆ ਕਿ ਇਹਦੇ ਵਿੱਚ ਵੀ ਲੱਗਦਾ ਕਿ ਧਾਂਦਲੀਆਂ ਹੋਈਆਂ ਨੇ। ਸੁਖਵਿੰਦਰ ਜੀ, ਕਹਿਣ ਦਾ ਅਰਥ ਇਹ ਹੈ ਕਿ ਨੀਤੀਆਂ ਜ਼ਰੂਰ ਹੋਣੀਆਂ ਚਾਹੀਦੀਆਂ ਨੇ, ਪਰ ਨੀਤੀਆਂ ਇਹੋ ਜਿਹੀਆਂ ਨਾ ਹੋਣ ਜਿਹੜਾ ਅਗਲਾ ਕਦਮ ਆ ਕਿ ਉਹ ਤੁਹਾਡੇ ਆਪਣਿਆਂ ਨੂੰ ਤਾਂ ਫਾਇਦਾ ਦੇਣ ਤੇ ਦੂਜਿਆਂ ਨੂੰ ਰਗੜ ਕੇ ਰੱਖ ਦੇਣ। ਸੋ ਨੀਤੀ ਚਾਹੇ ਉਹ ਖੇਤੀਬਾੜੀ ਦੀ ਨੀਤੀ ਹੋਵੇ, ਜਿਸ ਤਰੀਕੇ ਨਾਲ ਤੁਸੀਂ ਨਵਜੋਤ ਸਿੱਧੂ ਦੀ ਗੱਲ ਕਰ ਰਹੇ ਜੇ ਕਿ ਉਹਨਾਂ ਨੇ ਕਿਹਾ ਸੀ ਕਿ ਜੇ ਤੁਸੀਂ ਲੋਕਾਂ ਦੀਆਂ ਸਦੀਵੀ ਮੁਸ਼ਕਲਾਂ ਦਾ ਹੱਲ ਚਾਹੁੰਦੇ ਜੇ ਤਾਂ ਉਸ ਨੂੰ ਮਾਫ ਨਹੀਂ ਕਰਨਾ, ਬਲਕਿ ਉਸ ਵਿਵਸਥਾ ਨੂੰ ਠੀਕ ਕਰ ਦੇਣਾ ਚਾਹੀਦਾ ਤਾਂ ਜੋ ਲੋਕ ਦੁਬਾਰਾ ਉਹਦੇ ਵਿੱਚ ਸਫ਼ਰ ਜਿਹੜਾ ਉਹ ਨਾ ਕਰਨ। ਹੁਣ ਜੇਕਰ ਜਿਸ ਤਰੀਕੇ ਨਾਲ ਤੁਸੀਂ ਗੱਲ ਕੀਤੀ ਕਿ ਹਾਂ ਭਾਈ ਕਰਜ਼ੇ ਮਾਫ ਕਰਨਾ, ਕਰਜ਼ਾ ਦੁਬਾਰਾ ਚੜੂਗਾ, ਬਿਲਕੁਲ ਚੜੂਗਾ। ਜੇਕਰ ਉਹਦੇ ਅਨੁਸਾਰ ਜੇਕਰ ਅਸੀਂ ਉਹਨਾਂ ਨੂੰ ਸਦੀਵੀ ਸੁੱਖ ਦੇਣਾ ਹਰ ਵਰਗ ਦੇ ਲੋਕਾਂ ਨੂੰ, ਤਾਂ ਘੱਟ ਤੋਂ ਘੱਟ ਉਹਨਾਂ ਦੀਆਂ ਮੁਸ਼ਕਲਾਂ ਦੇ ਹੱਲ ਕਰਨ ਵਾਸਤੇ ਇੱਕ ਨਿਰਧਾਰਤ ਰੋਡ ਮੈਪ ਹੋਣਾ ਚਾਹੀਦਾ। ਉਹ ਰੋਡ ਮੈਪ ਨਿਰਧਾਰਤ ਕਰੋ। ਗੱਲ ਅਸੀਂ ਖੇਤੀਬਾੜੀ ਨੀਤੀ ਦੀ ਗੱਲ ਕਰ ਰਹੇ ਹਾਂ, ਤਾਂ ਅਜਿਹੀਆਂ ਨੀਤੀਆਂ ਤਿਆਰ ਕਰ ਦੇਣੀਆਂ ਚਾਹੀਦੀਆਂ ਨੇ ਜਿਹਦੇ ਨਾਲ ਕਿਸਾਨਾਂ ਨੂੰ ਘੱਟ ਤੋਂ ਘੱਟ ਭਵਿੱਖ ਨੂੰ ਤਾਂ ਚਲੋ ਛੱਡੋ, ਅਗਲੇ ਦਿਨ ਦਾ ਨਹੀਂ ਪਤਾ ਹੁੰਦਾ, ਜਿਸ ਜਿੰਨੇ ਕੁ ਦਿਨ ਉਸ ਕਿਸਾਨ ਦੇ ਆਪਣੇ ਜੀਵਨ ਦੇ ਹਨ, ਘੱਟ ਤੋਂ ਘੱਟ ਉਹ ਆਪਣੇ ਜੀਵਨ ਦੇ ਵਿੱਚ ਤਾਂ ਠੀਕ ਤਰੀਕੇ ਨਾਲ ਆਪਣਾ ਜੀਵਨ ਨਿਰਵਾਹ ਕਰ ਸਕੇ। ਇਸ ਤਰ੍ਹਾਂ ਨਾ ਹੋਵੇ ਜਿਵੇਂ ਇੱਕ ਕਿਸਾਨ ਕਰਜ਼ਾ ਲੈਂਦਾ ਤੇ ਉਹ ਕਰਜ਼ੇ ਦੀ ਵਾਪਸੀ ਉਸ ਦੀਆਂ ਆਉਣ ਵਾਲੀਆਂ ਕਈ ਪੀੜ੍ਹੀਆਂ ਨੂੰ ਅਦਾ ਕਰਦਾ ਪੈਂਦਾ, ਜੋ ਪੰਜਾਬ 'ਚ ਸ਼ਾਹੂਕਾਰਾ ਰਿਹਾ ਜਾਂ ਸੁਸਾਇਟੀਆਂ ਦਾ ਕਰਜ਼ ਰਿਹਾ। ਸੋ ਖੇਤੀਬਾੜੀ ਨੀਤੀ ਜਿਹੜੀ ਆ ਉਹ ਜ਼ਰੂਰ ਹੋਣੀ ਚਾਹੀਦੀ ਹੈ ਜੀ, ਹੋਣੀ ਚਾਹੀਦੀ ਹੈ। ਬੜੀ ਹੈਰਾਨੀ ਦੀ ਗੱਲ ਹੈ ਕਿ ਬਦਲਾਵ ਦੇ ਤੌਰ ਤੇ ਆਈ ਸਰਕਾਰ ਵੀ ਇਸ ਵਾਲੇ ਪਾਸੇ ਧਿਆਨ ਦੇਣ ਤੋਂ ਜਿਹੜੀ ਆ ਉਹ ਭੱਜ ਰਹੀ ਹੈ। ਅਗਲੀ ਖਬਰ ਆਪਾਂ ਲੈ ਲੈਂਦੇ ਹਾਂ। ਅਗਲੀ ਖਬਰ ਵੀ ਬੜੀ ਹੈਰਾਨੀ ਵਾਲੀ ਹੈ। ਕਹਿੰਦੇ ਕਿ ਜਿਹੜੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਹੈ ਉਹ ਅਰਵਿੰਦ ਕੇਜਰੀਵਾਲ ਨੂੰ ਮਿਲਣ ਦੇ ਲਈ ਕਹਿੰਦੇ ਮੀਂਹ ਦੇ ਵਿੱਚ ਖੜੇ ਰਹੇ, ਤੇ ਅਰਵਿੰਦ ਕੇਜਰੀਵਾਲ ਨੇ ਕਹਿੰਦੇ ਮਿਲਣ ਦਾ ਸਮਾਂ ਨਹੀਂ ਦਿੱਤਾ। ਜਥੇਦਾਰ ਸਾਹਿਬ ਨੇ ਬੜੇ ਨਿਸ਼ਾਨੇ ਤੇ ਲਿਆ ਜਿਹੜੇ ਅਰਵਿੰਦ ਕੇਜਰੀਵਾਲ ਨੇ, ਦਿੱਲੀ ਦੇ ਮੁੱਖ ਮੰਤਰੀ। ਪਰ ਜਿੱਥੇ ਨਿਸ਼ਾਨੇ ਤੇ ਲਿਆ, ਜਿੱਥੇ ਜੇ ਵਾਕਈ ਇਹ ਗੱਲ ਹੋਈ ਹੈ ਤਾਂ ਸਿੱਖਾਂ ਦੀ ਜਿਹੜੀ ਸਰਮੌਰ ਸੰਸਥਾ ਜਿਹੜੀ ਹੈਗੀ ਆ, ਉੱਥੋਂ ਜੇ ਸਵਾਲ ਚੁੱਕੇ ਜਾਂਦੇ ਆ ਤਾਂ ਕੋਈ ਛੋਟੀ ਗੱਲ ਨਹੀਂ। ਤੇ ਔਰ ਸਿੱਖਾਂ ਦੀ ਜਿਹੜੀ ਨੁਮਾਇੰਦਾ ਜਥੇਬੰਦੀ ਹੈ ਸ਼੍ਰੋਮਣੀ ਕਮੇਟੀ, ਔਰ ਜੇ ਉੱਥੋਂ ਦੇ ਪ੍ਰਧਾਨ ਨੂੰ ਇਸ ਤਰੀਕੇ ਦੇ ਨਾਲ ਮਿਲਣ ਦੇ ਟਾਈਮ ਨਹੀਂ ਦਿੱਤਾ ਜਾਂਦਾ ਅਰਵਿੰਦ ਕੇਜਰੀਵਾਲ ਦੇ ਵੱਲੋਂ, ਉਹ ਵੀ ਜਿਹੜੀ ਮਾੜੀ ਗੱਲ ਹੈ। ਪਰ ਜਿਸ ਤਰੀਕੇ ਦੇ ਨਾਲ ਅੱਜ ਕੱਲ ਵਿਰੋਧੀ ਪਾਰਟੀਆਂ ਤੇ, ਜਿਸ ਤਰੀਕੇ ਦੇ ਨਾਲ ਆਮ ਆਦਮੀ ਪਾਰਟੀ ਤੇ ਜਥੇਦਾਰ ਸਾਹਿਬ ਜਿਹੜੇ ਆ ਉਹ ਬਿਆਨ ਚੱਕ ਰਹੇ ਆ, ਕਿਤੇ ਨਾ ਕਿਤੇ ਆਏ ਨਹੀਂ ਲੱਗ ਰਿਹਾ ਕਿ ਬਾਦਲਾਂ ਦੇ ਪਲੇਟਫਾਰਮ ਤੋਂ ਬੋਲਦੇ ਜਿਹੜੇ ਆ ਜਥੇਦਾਰ ਸਾਹਿਬ ਨਜ਼ਰ ਆ ਰਹੇ ਆ, ਔਰ ਬਾਦਲਾਂ ਨੂੰ ਫਾਇਦਾ ਪਹੁੰਚਾਉਣ ਦੇ ਲਈ ਆਮ ਆਦਮੀ ਪਾਰਟੀ ਨੂੰ ਨਿਸ਼ਾਨੇ ਤੇ ਨਿਸ਼ਾਨਾ ਬਣਾ ਰਹੇ। ਸੁਖਵਿੰਦਰ ਜੀ, ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਹੁਣੀ ਜਿਹੜੇ ਨੇ, ਉਹਨਾਂ ਦਾ ਇਹ ਪਹਿਲਾ ਬਿਆਨ ਹੀ ਨਹੀਂ ਹੈਗਾ ਇਹੋ ਜਿਹਾ ਜਿਹਦੇ ਤੋਂ ਤੁਹਾਨੂੰ ਮਹਿਸੂਸ ਹੁੰਦਾ ਹੋਵੇ ਕਿ ਉਹ ਬਾਦਲ ਪਰਿਵਾਰ ਦੇ ਪ੍ਰਤੀ ਸਮਰਪਿਤ ਹੋ ਕੇ ਉਹਨਾਂ ਪ੍ਰਤੀ ਨਿਸ਼ਠਾ ਦਿਖਾ ਰਹੇ ਨੇ। ਬੀਤੇ ਦੌਰ ਵਿੱਚ ਜਿੰਨੇ ਵੀ ਉਹਨਾਂ ਦੇ ਬਿਆਨ ਆਏ ਨੇ, ਉਹ ਬਿਆਨ ਇਦਾਂ ਦੇ ਹੀ ਆਏ ਨੇ ਜਿਹਦੇ ਵਿੱਚ ਕਿਤੇ ਨਾ ਕਿਤੇ ਬਾਦਲ ਪਰਿਵਾਰ ਜਿਹੜਾ ਹਾਸ਼ੀਏ ਤੇ ਜਾ ਰਿਹਾ, ਉਹਦਾ ਬਾਦਲ ਪਰਿਵਾਰ ਦੇ ਹਾਸ਼ੀਏ ਤੇ ਜਾਣ ਦਾ ਉਹਨਾਂ ਨੂੰ ਦੁੱਖ ਜਿਹੜਾ ਉਹ ਸਾਫ਼ ਪ੍ਰਤੀਤ ਹੁੰਦਾ ਉਹਨਾਂ ਦੇ ਬਿਆਨਾਂ ਦੇ ਵਿੱਚ। ਚਾਹੇ ਉਹ ਬਿਆਨ ਕਿਸੇ ਵੀ ਕਿਸਮ ਦਾ ਹੋਵੇ। ਜਦੋਂ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਜਿੱਤਦੀ ਹੈ ਤਾਂ ਉਸ ਵਕਤ ਸਭ ਤੋਂ ਵੱਡਾ ਬਿਆਨ ਜਥੇਦਾਰ ਹਰਪ੍ਰੀਤ ਸਿੰਘ ਹੋਣਾ ਦਾ ਆਇਆ ਸੀ, ਜਿਹਦੇ ਵਿੱਚ ਉਹਨਾਂ ਨੇ ਇਹ ਗੱਲ ਕਹੀ ਸੀ ਕਿ ਸ਼੍ਰੋਮਣੀ ਅਕਾਲੀ ਦਲ ਦਾ ਹਾਰਨਾ ਪੰਥ ਵਾਸਤੇ ਬੜਾ ਗੰਭੀਰ ਖਤਰਾ ਹੈਗਾ। ਸੋ ਉਦੋਂ ਵੀ ਉਹ ਕਾਫੀ ਕੰਟਰੋਵਰਸੀ ਦਾ ਕੇਂਦਰ ਰਹੇ।
ਤਾਂ ਹੁਣ ਜਿਹੜਾ ਉਹਨਾਂ ਨੇ ਬਿਆਨ ਦਿੱਤਾ ਕਿ ਅਸੀਂ ਇੰਨੇ ਕਮਜ਼ੋਰ ਹੋ ਗਏ ਹਾਂ ਕਿ ਸਾਨੂੰ ਮੁੱਖ ਮੰਤਰੀ ਟਾਈਮ ਹੀ ਨਾ ਦੇਵੇ, ਇਹ ਅਸਲ ਦੇ ਵਿੱਚ ਜੇਕਰ ਇਸ ਬਿਆਨ ਨੂੰ ਵੇਖੀਏ ਤਾਂ ਕੁਦਰਤੀ ਤੌਰ ਤੇ ਇਹ ਬਿਆਨ ਜਿਹੜਾ ਰਾਜਨੀਤਿਕ ਪਲੇਟਫਾਰਮ ਤੋਂ ਦਿੱਤਾ ਹੋਇਆ ਤੇ ਰਾਜਨੀਤੀ ਤੋਂ ਪ੍ਰੇਰਿਤ ਲੱਗਦਾ ਨਹੀਂ, ਰਾਜਨੀਤੀ ਦੇ ਸੰਦਰਭ ਦੇ ਵਿੱਚ ਹੀ ਦਿੱਤਾ ਗਿਆ। ਕਿਉਂਕਿ ਬੀਤੇ ਦਿਨਾਂ ਦੇ ਵਿੱਚ ਜਿਸ ਤਰੀਕੇ ਨਾਲ ਅਕਾਲੀ ਦਲ ਬੰਦੀ ਸਿੱਖਾਂ ਦੀ ਰਿਹਾਈ ਨੂੰ ਲੈ ਕੇ ਪੱਬਾਂ ਭਾਰ ਹੋਇਆ ਤੇ ਦਿੱਲੀ ਦੇ ਵਿੱਚ ਗਾਹੇ ਬਗਾਏ ਆਪਣਾ ਪ੍ਰਦਰਸ਼ਨ ਕਰ ਰਿਹਾ, ਜੰਤਰ ਮੰਤਰ ਵਿਖੇ ਉਹਨਾਂ ਨੇ ਪ੍ਰਦਰਸ਼ਨ ਕੀਤਾ, ਤਾਂ ਉਸ ਵਕਤ ਉਹਨਾਂ ਦੇ ਨਾਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਤਾਂ ਚਲੋ ਹੋਣੇ ਹੀ ਸੀ, ਪਰਮਜੀਤ ਸਿੰਘ ਸਰਦੇ ਹੁਣੀ ਵੀ ਚਲੇ ਗਏ। ਕਿਉਂਕਿ ਪਰਮਜੀਤ ਸਿੰਘ ਸਰਦੇ ਹੋਣਾ ਦੀ ਜਿਹੜੀ ਸਥਿਤੀ ਆ ਬੀਤੇ ਦੌਰ 'ਚ ਉਹ ਕਾਂਗਰਸੀਆਂ ਦੇ ਲਾਗੇ ਰਹੇ ਆ, ਇਸ ਵੇਲੇ ਪੰਜਾਬ 'ਚ ਕਿਤੇ ਵੀ ਕਾਂਗਰਸ ਹੈ ਨਹੀਂ, ਤਾਂ ਉਹਨਾਂ ਨੂੰ ਵੀ ਆਪਣਾ ਜਿਹੜਾ ਵਜੂਦ ਆ ਸਰਨਾ ਭਰਾਵਾਂ ਨੂੰ ਉਹ ਵੀ ਡਿੱਗਦਾ ਜਾਂਦਾ, ਖਤਮ ਹੁੰਦਾ ਪ੍ਰਤੀਤ ਹੁੰਦਾ, ਤੇ ਚਲੋ ਉਹ ਦੂਜੇ ਪਾਸੇ ਹੋ ਤੁਰੇ। ਹੁਣ ਜੇਕਰ ਸੁਖਬੀਰ ਸਿੰਘ ਬਾਦਲ ਬੰਦੀ ਸਿੱਖਾਂ ਦੀ ਰਿਹਾਈ ਦੇ ਮੁੱਦੇ ਨੂੰ ਲੈ ਕੇ ਕੁਦਰਤੀ ਤੌਰ ਤੇ ਜੇ ਮਿਲਣ ਜਾਂਦੇ ਨੇ ਤਾਂ ਸੁਖਬੀਰ ਸਿੰਘ ਬਾਦਲ ਉਸ ਵੇਲੇ ਪੰਥ ਦੀ ਨੁਮਾਇੰਦਗੀ ਨਹੀਂ ਕਰ ਰਹੇ, ਉਸ ਵੇਲੇ ਉਹ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਦੇ ਰੂਪ ਦੇ ਵਿੱਚ ਗਏ ਆ। ਜਥੇਦਾਰ ਸਾਹਿਬ ਨੂੰ ਇਹ ਗੱਲ ਯਾਦ ਰੱਖਣੀ ਚਾਹੀਦੀ ਹੈ, ਜੇ ਤਾਂ ਪੰਥਕ ਜਥੇਬੰਦੀਆਂ ਜਾਂਦੀਆਂ, ਜਿਹਦੇ ਵਿੱਚ ਧਾਰਮਿਕ ਜਥੇਬੰਦੀ ਜਾਂਦੀ, ਤਾਂ ਫਿਰ ਧਾਰਮਿਕ ਜਥੇਬੰਦੀਆਂ ਨੂੰ ਜੇਕਰ ਮੁੱਖ ਮੰਤਰੀ ਟਾਈਮ ਨਹੀਂ ਦਿੰਦਾ ਤਾਂ ਫਿਰ ਜਥੇਦਾਰ ਹਰਪ੍ਰੀਤ ਸਿੰਘ ਹੋਣਾ ਦਾ ਇਸ ਪਲੇਟਫਾਰਮ ਤੇ ਆਣ ਕੇ ਇਹ ਬਿਆਨ ਦੇਣਾ ਬਿਲਕੁਲ ਵਾਜਬ ਹੀ। ਤੇ ਨਾਲ ਹੀ ਨਾਲ ਇਹ ਵੀ ਜੋ ਉਹਨਾਂ ਨੇ ਅੱਗੇ ਕਿਹਾ ਕਿ ਅਸੀਂ ਹੁਣ ਟਾਈਮ ਨਹੀਂ ਲੈਣਾ, ਅਸੀਂ ਧਾਰਮਿਕ ਮੇਲੇ ਸਮਾਗਮਾਂ ਤੇ ਗੁਰਦੁਆਰੇ ਦੇ ਬਾਹਰ ਜਾ ਕੇ ਬੰਦੀ ਸਿੱਖਾਂ ਦੇ ਬੋਰਡ ਜਿਹੜੇ ਫੜ ਕੇ ਖਲੋਵਾਂਗੇ, ਉਹ ਤਾਂ ਠੀਕ ਆ, ਉਸ ਸੰਬੰਧ 'ਚ ਬਿਲਕੁਲ ਠੀਕ ਹੋ ਸਕਦਾ ਸੀ ਕਿ ਜੇਕਰ ਧਾਰਮਿਕ ਜਥੇਬੰਦੀਆਂ ਜਾਂਦੀਆਂ ਤੇ ਅੱਗੋਂ ਅਰਵਿੰਦ ਕੇਜਰੀਵਾਲ ਜਦ ਮੁੱਖ ਮੰਤਰੀ ਉਹਨਾਂ ਨੂੰ ਮਿਲਣ ਦਾ ਟਾਈਮ ਨਾ ਦਿੰਦਾ ਤੇ ਫਿਰ ਜਥੇਦਾਰ ਸਾਹਿਬ ਦੀ ਜਿਹੜੀ ਐਂਟਰੀ ਆ ਉਹ ਬੜੀ ਪ੍ਰਭਾਵਸ਼ਾਲੀ ਹੋਣੀ ਸੀ, ਤਾਂ ਵਾਕਿਆ ਲੋਕਾਂ ਨੇ ਉਸ ਦੀ ਸ਼ਲਾਘਾ ਕਰਨੀ ਸੀ। ਪਰ ਦੂਜੇ ਪਾਸੇ ਸਥਿਤੀ ਕੀ ਆ ਕਿ ਇੱਕ ਪਾਰਟੀ ਦਾ ਪ੍ਰਧਾਨ ਦੂਜੇ ਪਾਰਟੀ ਦੇ ਮੁੱਖ ਮੰਤਰੀ ਨੂੰ ਮਿਲਣ ਜਾਂਦਾ ਤਾਂ ਉਸ ਜਿਹੜਾ ਜਿਸ ਕੋਲ ਟਾਈਮ ਲੈ ਰਿਹਾ ਤਾਂ ਉਹਨੂੰ ਵੀ ਪਤਾ ਆ ਕਿ ਇਹ ਇਸ ਮੁੱਦੇ ਤੇ ਰਾਜਨੀਤੀ ਕਰ ਰਿਹਾ, ਬੰਦੀ ਸਿੱਖਾਂ ਦੇ ਮੁੱਦੇ ਤੇ, ਕਿਉਂਕਿ ਇਸ ਮੁੱਦੇ ਤੇ ਹੀ ਪੰਜਾਬ ਦੇ ਵਿੱਚ ਸੰਗਰੂਰ ਦੀ ਜਿਮਨੀ ਚੋਣ ਲੜੀ ਗਈ ਸ਼੍ਰੋਮਣੀ ਅਕਾਲੀ ਦਲ ਵੱਲੋਂ। ਤਾਂ ਫਿਰ ਉਹ ਮੁੱਖ ਮੰਤਰੀ ਦੂਜੀ ਪਾਰਟੀ ਦੇ ਸਾਬਕਾ ਡਿਪਟੀ ਮੁੱਖ ਮੰਤਰੀ ਤੇ ਮੌਜੂਦਾ ਪ੍ਰਧਾਨ ਨੂੰ ਕਿਉਂ ਟਾਈਮ ਦੇਗਾ, ਕਿਉਂਕਿ ਉਹਨੇ ਵੀ ਰਾਜਨੀਤੀ ਕਰਨੀ ਆ ਤੇ ਉਹ ਵੀ ਰਾਜਨੀਤੀ ਕਰ ਰਿਹਾ। ਬੰਦੀ ਸਿੱਖ ਰਿਹਾ ਹੋਣੇ ਚਾਹੀਦੇ ਆ, ਬਿਲਕੁਲ ਹੋਣੇ ਚਾਹੀਦੇ ਆ, ਪਰ ਜਿਸ ਮੁੱਦੇ ਤੇ ਸ਼੍ਰੋਮਣੀ ਅਕਾਲੀ ਦਲ ਇਸ ਨੂੰ ਵਰਤਦਾ ਪਿਆ ਉਹ ਤੇ ਸਾਫ਼ ਆ। ਪਰ ਇਤਰਾਜ਼ ਜਿਹੜਾ ਜਥੇਦਾਰ ਹਰਪ੍ਰੀਤ ਸਿੰਘ ਦੇ ਉਸ ਬਿਆਨ ਦਾ ਆ ਕਿ ਉਹ ਜਾਣ ਬੁੱਝ ਕੇ ਆਪਣੀ ਉਸ ਧਾਰਮਿਕ ਜਿਹੜੀ ਸ਼ਖਸੀਅਤ ਆ ਜਿਹੜੀ ਬੜੀ ਸਰਵਉੱਚ ਆ, ਉਹ ਜਾਣ ਬੁੱਝ ਕੇ ਉਹਨਾਂ ਲੋਕਾਂ ਦੇ ਹੱਥਾਂ ਵਿੱਚ ਦੇ ਰਹੇ ਆ ਕਿ ਜਿੱਥੇ ਉਹ ਮਜ਼ਾਕ ਤੇ ਪਾਤਰ ਬਣਦੇ ਜਾ ਰਿਹਾ। ਜਥੇਦਾਰ ਸਾਹਿਬ ਨੂੰ ਚਾਹੀਦਾ ਕਿ ਇਹੋ ਜਿਹੇ ਬਿਆਨ ਜਿਹੜੇ ਆ ਉਹ ਦੇਣ ਤੋਂ ਗੁਰੇਜ਼ ਕਰਨ, ਕਿਉਂਕਿ ਜੋ ਕੁਝ ਮਰਜ਼ੀ ਸੁਖਬੀਰ ਸਿੰਘ ਬਾਦਲ ਅਰਵਿੰਦ ਕੇਜਰੀਵਾਲ ਨੂੰ ਕਹਿ ਦੇ, ਅਰਵਿੰਦ ਕੇਜਰੀਵਾਲ ਸੁਖਬੀਰ ਸਿੰਘ ਬਾਦਲ ਨੂੰ ਕਹਿ ਦੇ, ਟਾਈਮ ਦਵੇ ਨਾ ਦਵੇ ਤੋਂ ਇੱਕ ਅਲੱਗ ਮੁੱਦਾ। ਪਰ ਜਥੇਦਾਰ ਸਾਹਿਬ ਜਿਸ ਤਰੀਕੇ ਨਾਲ ਇਸ ਮੁੱਦੇ ਨੂੰ ਇੱਕ ਰਾਜਨੀਤਿਕ ਮੁੱਦੇ ਨੂੰ ਆਪਣੇ ਧਾਰਮਿਕ ਮੁੱਦੇ ਵਜੋਂ ਵਰਤਣ ਦੀ ਕੋਸ਼ਿਸ਼ ਕਰ ਰਹੇ ਆ, ਇਹ ਉਹਨਾਂ ਦੀ ਗਰਮਾ ਤੇ ਸੱਟ ਲਾਉਂਦਾ, ਇਹ ਉਹਨਾਂ ਦੇ ਮਾਨ ਮੱਤੇ ਸ਼ਾਨ ਮੱਤੇ ਉਸ ਅਹੁਦੇ ਤੇ ਸੱਟ ਲਾਉਂਦਾ ਆ ਜਿਹਦੇ ਉੱਤੇ ਉਹ ਸ਼ਿਸ਼ੋਭਤ ਨੇ। ਜਥੇਦਾਰ ਸਾਹਿਬ ਨੂੰ ਉਸ ਅਹੁਦੇ ਦੀ ਮਾਨ ਮਰਿਆਦਾ ਰੱਖ ਕੇ ਹੀ ਬਿਆਨ ਦੇਣਾ ਚਾਹੀਦਾ। ਉਹਨਾਂ ਨੂੰ ਕਿਸੇ ਰਾਸੀ ਇਹੋ ਜਿਹੇ ਬਿਆਨਾਂ ਜਿੱਥੇ ਖਾਸ ਤੌਰ ਤੇ ਬਾਦਲ ਦਲ ਦੀ ਸ਼ਮੂਲੀਅਤ ਹੋਵੇ ਜਾਂ ਬਾਦਲ ਦਲ ਜਿੱਥੇ ਡਿੱਗਦਾ ਮਹਿਸੂਸ ਹੁੰਦਾ ਵਾ ਤੇ ਜਥੇਦਾਰ ਸਾਹਿਬ ਮਿੰਟ ਤੇ ਅੱਗੇ ਫਰੰਟ ਤੇ ਆ ਜਾਂਦੇ ਨੇ। ਜਥੇਦਾਰ ਸਾਹਿਬ ਨੂੰ ਕੇਵਲ ਉਹ ਬਾਦਲ ਪਰਿਵਾਰ ਦੇ ਜਾਂ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਜਥੇਦਾਰ ਨਹੀਂ ਨੇ, ਉਹ ਬਲਕਿ ਸਮੁੱਚੇ ਪੰਥ ਦੇ ਨੁਮਾਇੰਦੇ ਉਹ ਜਥੇਦਾਰ ਨੇ, ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੇ, ਜਿੱਥੇ ਉਹਨਾਂ ਦੀ ਗੱਲ ਜਿਹੜੀ ਆ ਉਹਨਾਂ ਦੇ ਮੂੰਹ ਚੋਂ ਨਿਕਲੇ ਸ਼ਬਦ ਬੜੇ ਮਾਇਨੇ ਰੱਖਦੇ ਆ। ਵੈਸੇ ਤਾਂ ਲੋਕ ਸਭ ਸਮਝਦੇ ਹੀ ਆ ਕਿ ਜਥੇਦਾਰ ਸਾਹਿਬ ਕਿੱਥੋਂ ਨਿਕਲਦੇ ਆ ਔਰ ਕਿਹਨਾਂ ਦੇ ਹੱਥਾਂ ਦੇ ਵਿੱਚ ਖੇਡਦੇ ਆ, ਇਹ ਤਾਂ ਗੱਲ ਸਭ ਨੂੰ ਪਤਾ ਹੀ ਆ। ਪਰ ਘੱਟੋ ਘੱਟ ਜਥੇਦਾਰ ਸਾਹਿਬ ਵੀ ਇਸ ਗੱਲ ਨੂੰ ਲੁਕਾਉਣ ਦੀ ਕੋਸ਼ਿਸ਼ ਕਰ ਲੈਣ, ਜਥੇਦਾਰ ਸਾਹਿਬ ਵੀ ਲੋਕਾਂ ਨੂੰ ਭੁਲੇਖੇ ਪਾਉਣ ਦੀ ਕੋਸ਼ਿਸ਼ ਕਰ ਲੈਣ ਕਿ ਭਾਈ ਏਦਾਂ ਨਹੀਂ ਹੈਗੀ, ਲੋਕ ਕਹਿੰਦੇ ਏਦਾਂ ਹੀ ਆ ਗੱਲ, ਤੇ ਜਥੇਦਾਰ ਸਾਹਿਬ ਹੋਰ ਉੱਤੇ ਮੋਹਰ ਲਾ ਰਹੇ ਆ ਕਿ ਵਾਕਈ ਤੁਸੀਂ ਠੀਕ ਕਹਿ ਰਹੇ ਹੋ, ਗੱਲ ਏਦਾਂ ਹੀ ਆ। ਵੇਖੋ ਜੀ, ਉਹ ਜਥੇਦਾਰ ਸਾਹਿਬ ਦੀ ਮਜਬੂਰੀ ਹੈ ਸੁਖਵਿੰਦਰ ਜੀ। ਮਜਬੂਰੀ ਇਹ ਹੈ ਕਿ ਜਿੰਨਾ ਚਿਰ ਤੱਕ ਬਾਦਲ ਪਰਿਵਾਰ ਦੀ ਕਿਰਪਾ ਦ੍ਰਿਸ਼ਟੀ ਉਹਨਾਂ ਤੇ ਬਣੀ ਰਹੇਗੀ ਉਹਨਾਂ ਚਿਰ ਤੱਕ ਉਹ ਕਾਰਜਕਾਰੀ ਹੀ ਜਥੇਦਾਰ ਮਤਲਬ ਬਣੇ ਰਹਿਣਗੇ। ਮੈਂ ਕਾਰਜਕਾਰੀ ਕਿਹਾ, ਤੇ ਜੇਕਰ ਬਾਦਲ ਪਰਿਵਾਰ ਦੀ ਦ੍ਰਿਸ਼ਟੀ ਜਿਸ ਤਰੀਕੇ ਨਾਲ ਭਗਵੰਤ ਮਾਨ ਦੀ ਦ੍ਰਿਸ਼ਟੀ ਕਹਿਰਵਾਨ ਹੁੰਦੀ ਆਪਣੇ ਸਾਬਕਾ ਮੰਤਰੀਆਂ ਤੇ ਸਾਬਕਾ ਮੰਤਰੀ ਭੱਜਦੇ ਦੌੜਦੇ ਫਿਰਦੇ ਆ, ਤੇ ਜੇਕਰ ਬਾਦਲ ਪਰਿਵਾਰ ਆਪਣੀ ਦ੍ਰਿਸ਼ਟੀ ਜਿਹੜੀ ਹੈ ਜਥੇਦਾਰ ਤੇ ਕਹਿਰਵਾਨ ਬਣੋ ਤਾਂ ਉਸੇ ਵੇਲੇ ਜਥੇਦਾਰ ਸਾਹਿਬ ਘਰ ਨੂੰ ਤੁਰੇ ਜਾ ਸਕਦੇ, ਤੇ ਉਹਨਾਂ ਕੋਲ ਹੋਰ ਬੜੇ ਜਥੇਦਾਰ ਨੇ ਇਸ ਲਾਈਨ ਦੇ ਵਿੱਚ ਲੱਗੇ ਹੋਏ। ਸੋ ਜਥੇਦਾਰ ਦੀ ਵੀ ਇਹ ਸਮੱਸਿਆ ਕਿ ਉਹਨਾਂ ਨੇ ਆਪਣੀ ਉਸ ਕੁਰਸੀ ਨੂੰ ਬਚਾਉਣ ਵਾਸਤੇ ਆਪਣੇ ਜਿਹੜੇ ਕਹਿ ਸਕਦੇ ਵਾਰਸ ਨੇ ਜਿਨ੍ਹਾਂ ਨੇ ਉਹਨਾਂ ਨੂੰ ਉੱਥੇ ਭਾਲਿਆ, ਉਹਨਾਂ ਦੇ ਸੋਲੇ ਗਾਉਣੇ ਨੇ, ਉਹਨਾਂ ਦੇ ਹਿੱਤਾਂ ਦੀ ਰਾਖੀ ਕਰਦੀ ਆ, ਇਹ ਉਹਨਾਂ ਦੀ ਮਜਬੂਰੀ ਹੈ ਜਥੇਦਾਰ ਹਰਪ੍ਰੀਤ ਸਿੰਘ ਉਹਨਾਂ ਦੀ। ਪਰ ਇੱਕ ਗੱਲ ਸੁਖਵਿੰਦਰ ਜੀ ਮੈਂ ਇਹ ਵੀ ਦੱਸਦਾ, ਬੜੇ ਬੜੇ ਜਥੇਦਾਰ ਇੱਥੇ ਆਏ ਨੇ, ਬੜੇ ਬੜੇ ਜਥੇਦਾਰ ਨਿਯੁਕਤ ਕੀਤੇ ਗਏ ਨੇ, ਪਰ ਉਹਨਾਂ ਜਥੇਦਾਰਾਂ ਨੇ ਵੀ ਬਿਲਕੁਲ ਬਾਦਲ ਪਰਿਵਾਰ ਦੇ ਸੰਬੰਧੀ, ਮਾਫ ਕਰਨਾ ਸ਼੍ਰੋਮਣੀ ਅਕਾਲੀ ਦਲ ਦੇ ਸੰਬੰਧੀ ਤਾਂ ਬਿਆਨ ਦਿੱਤੇ ਹੋਣਗੇ,
ਪਰ ਜੇਕਰ ਦਿੱਤੇ ਹੋਣਗੇ ਤਾਂ ਬੜੇ ਲੁਕਵੇਂ ਰੂਪ 'ਚ ਦਿੱਤੇ ਹੋਣਗੇ। ਪਰ ਜਿਸ ਤਰੀਕੇ ਨਾਲ ਜਥੇਦਾਰ ਹਰਪ੍ਰੀਤ ਸਿੰਘ ਬਿਲਕੁਲ ਫਸਟਵਾਦੀ ਇੱਕ ਲਾਈਨ 'ਚ ਕਤਾਰ ਦੇ ਵਿੱਚ ਖਲੋ ਕੇ ਉਧਰ ਤੇ ਨਜ਼ਰ ਆਉਂਦੇ ਨੇ ਬਾਦਲ ਪਰਿਵਾਰ ਦੇ ਵਿੱਚ, ਇਹ ਇਸ ਕਰਕੇ ਉਹ ਹਾਸੇ ਦੇ ਪਾਤਰ ਵੀ ਬਣਦੇ ਨੇ ਤੇ ਉਹਨਾਂ ਦੀ ਗਰਮਾਂ ਨੂੰ ਵੀ ਸੱਟ ਵੱਜਦੀ ਹੈ। ਜਥੇਦਾਰ ਸਾਹਿਬ ਨੂੰ ਚਾਹੀਦਾ ਕਿ ਘੱਟ ਤੋਂ ਘੱਟ ਆਪਣੇ ਮਾਣ ਮੱਤੇ ਸ਼ਾਨ ਮੱਤੇ ਅਹੁਦੇ ਦੀ ਰਾਖੀ ਕਰਨ। ਇਹ ਅਹੁਦੇ ਆਉਂਦੇ ਜਾਂਦੇ ਰਹਿਣੇ ਆ। ਇੱਥੇ ਗੁਰਬਚਨ ਸਿੰਘ ਦੀ ਵੀ ਹਾਲਤ ਵੇਖ ਲਓ ਕਿ ਜਥੇਦਾਰ ਗੁਰਬਚਨ ਸਿੰਘ ਜਦੋਂ ਬਾਦਲਾਂ ਦੇ ਆਖੇ ਲਾ ਕੇ ਮਾਫੀ ਦਿੱਤੀ ਤਾਂ ਲੋਕਾਂ ਨੇ ਪ੍ਰਕਰਮਾਂ ਦੇ ਵਿੱਚ ਉਹਦੇ ਪੁਤਲਾ ਬਣਾ ਕੇ ਜਲੂਸ ਕੱਢਿਆ ਸੀ ਜਥੇਦਾਰ ਗੁਰਬਚਨ ਸਿੰਘ ਦੇ ਪੁਤਲੇ ਦਾ, ਔਰ ਬਾਅਦ ਜਾ ਕੇ ਅੱਗ ਲਾਈ। ਬਹੁਤ ਕੁਝ ਜਥੇਦਾਰ ਗੁਰਬਚਨ ਸਿੰਘ ਨੂੰ ਉਸ ਸਮੇਂ ਦੇ ਵਿੱਚ ਸਹਿਣਾ ਪਿਆ ਤੇ ਫਿਰ ਉਹ ਮਾਫੀ ਵੀ ਮੰਗਣੀ ਪਈ। ਸੋ ਇਹੋ ਜਿਹੀਆਂ ਸਥਿਤੀਆਂ ਤੋਂ ਬਚਣ ਵਾਸਤੇ ਚਾਹੀਦਾ ਕਿ ਮੌਜੂਦਾ ਜਥੇਦਾਰ ਹਰਪ੍ਰੀਤ ਸਿੰਘ ਹੋਣੀ ਆਪਣੇ ਅਹੁਦੇ ਦਾ ਜ਼ਰੂਰ ਮਾਣ ਸਤਿਕਾਰ ਕਰਨ। ਇਹੋ ਜਿਹੇ ਪੋਲੀਟੀਕਲ ਮੁੱਦੇ ਸ਼੍ਰੋਮਣੀ ਅਕਾਲੀ ਦਲ ਬਾਦਲ ਵਾਸਤੇ ਰਹਿੰਦੇ, ਕਿਉਂਕਿ ਉਹਨਾਂ ਨੂੰ ਨਜਿੱਠਣ ਦੀ ਵੀ ਜਾਂਚ ਆ, ਉਹਨਾਂ ਨੂੰ ਹਮਲਾਵਰ ਹੋਣ ਦੀ ਵੀ ਜਾਂਚ ਆ। ਪਰ ਜਥੇਦਾਰ ਸਾਹਿਬ ਦਾ ਇਹ ਬਿਆਨ ਜਿਹੜਾ ਇਹ ਸਮਝ ਤੋਂ ਬਾਹਰ ਜੀ। ਬਿਲਕੁਲ। ਅਗਲੀ ਖਬਰ ਦੇ ਅੰਸ਼ ਸਾਹਿਬ ਗੱਲਬਾਤ ਕਰ ਰਹੇ ਨੇ ਆ, ਕਹਿੰਦੇ ਕਿ 2 ਮੰਤਰੀਆਂ ਦੇ ਘਰਾਂ ਦੇ ਵਿੱਚ ਤੇ ਉਹਨਾਂ ਦੇ ਕਰੀਬੀਆਂ ਦੇ ਘਰਾਂ ਦੇ ਵਿੱਚ ਰੇਡਾਂ ਕੀਤੀਆਂ ਗਈਆਂ ਈਡੀ ਦੇ ਵੱਲੋਂ ਤੇ ਨਗਦੀ ਕਈ ਕਰੋੜ ਰੁਪਈਆ ਵੀ ਕਹਿੰਦੇ ਫੜਿਆ ਗਿਆ। ਕਿਹੜੇ ਉਹ ਮੰਤਰੀ ਨੇ, ਕੀ ਪੂਰਾ ਮਾਮਲਾ ਆਂਟੀ ਸਾਹਿਬ? ਜੀ ਸੁਖਵਿੰਦਰ ਜੀ, ਕੱਲ ਅਸੀਂ ਦੁਪਹਿਰ ਦੇ ਪ੍ਰੋਗਰਾਮ 'ਚ ਗੱਲ ਕਰ ਰਹੇ ਸਾਂ ਕਿ ਮਮਤਾ ਬੈਨਰਜੀ ਦੀ, ਕਿ ਮਮਤਾ ਬੈਨਰਜੀ ਨੇ ਵੀ ਸ਼ੱਕ ਜ਼ਾਹਿਰ ਕੀਤਾ ਕਿ ਕਿਸੇ ਵਕਤ ਵੀ ਜਿਹੜੀ ਭਾਜਪਾ ਦੀ ਕੇਂਦਰ ਦੀ ਸਰਕਾਰ ਹੈਗੀ ਆ ਉਹ ਪੱਛਮੀ ਬੰਗਾਲ ਦੇ ਵਿੱਚ ਉਹਨਾਂ ਦੇ ਮੰਤਰੀਆਂ ਨੂੰ ਘੇਰੇ ਵਿੱਚ ਲੈ ਸਕਦੀ ਹੈ, ਛਾਪੇਮਾਰੀ ਕਰ ਸਕਦੀ ਹੈ। ਇਹ ਗੱਲ ਅਸੀਂ ਉਦੋਂ ਕੀਤੀ ਸੀ ਜਦੋਂ ਅਰਵਿੰਦ ਕੇਜਰੀਵਾਲ ਦੇ ਬਿਆਨ ਕਿ ਮਨੀਸ਼ ਸਿਸੋਦੀਆ ਨੂੰ ਗ੍ਰਿਫਤਾਰ ਕੀਤਾ ਜਾ ਸਕਦਾ, ਉਸ ਸੰਬੰਧ ਦੇ ਵਿੱਚ ਅਸੀਂ ਇਹ ਗੱਲ ਕੀਤੀ ਤੇ ਉਸ ਗੱਲ ਨੂੰ ਮੇਰਾ ਖਿਆਲ ਅਜੇ 24 ਘੰਟੇ ਨਹੀਂ ਹੋਏ ਤਾਂ ਉਹ ਗੱਲ ਬਿਲਕੁਲ ਮਮਤਾ ਬੈਨਰਜੀ ਦੀ ਉਹ ਸੱਚ ਹੋ ਗਈ ਆ ਕਿ ਬੀਤੀ ਦਿਨ ਜਿਹੜਾ ਈਡੀ ਵੱਲੋਂ ਜਿਹੜੀ ਛਾਪੇਮਾਰੀ ਜਿਹੜੀ ਆ ਪੱਛਮੀ ਬੰਗਾਲ ਦੇ TMC ਦੇ ਆਗੂ ਔਰ ਜਿਹੜੇ ਉੱਥੇ ਕੱਪੜਾ ਤੇ ਉਦਯੋਗ ਮੰਤਰੀ ਨੇ ਪਾਰਥ ਬੈਨਰਜੀ ਤੇ ਇੱਕ ਮੰਤਰੀ ਹੋਰ, ਉਹਦੇ ਘਰ ਈਡੀ ਵੱਲੋਂ ਛਾਪਾ ਮਾਰਿਆ ਗਿਆ। ਛਾਪਾ ਜਿਹੜਾ ਮਾਰਿਆ ਗਿਆ ਈਡੀ ਦੇ ਜੋ ਸੂਤਰ ਦੱਸਦੇ ਨੇ ਅਧਿਆਪਕ ਘੁਟਾਲੇ ਨੂੰ ਲੈ ਕੇ ਮਾਰਿਆ ਗਿਆ ਕਿ ਅਧਿਆਪਕ ਭਰਤੀ ਕਰਦੇ ਸਨ ਤਾਂ ਉਸ ਘੁਟਾਲੇ ਦੇ ਵਿੱਚ ਬਹੁਤ ਕੁਝ ਬੇਨਿਯਮੀਆਂ ਵਰਤੀਆਂ ਗਈਆਂ, ਪੈਸੇ ਲਏ ਗਏ ਤਾਂ ਪੈਸੇ ਲੈ ਕੇ ਉਹ ਅਧਿਆਪਕ ਘੁਟਾਲਾ ਜਿਹੜਾ ਕੀਤਾ ਗਿਆ। ਤਾਂ ਉਸ ਅਧਿਆਪਕ ਘੁਟਾਲੇ ਨੂੰ ਨੰਗਿਆਂ ਕਰਦਿਆਂ ਜਦੋਂ ਈਡੀ ਕੋਲ ਇਹ ਜਾਣਕਾਰੀ ਪਹੁੰਚੀ ਤਾਂ ਜਿਹੜੇ ਪਾਰਥ ਬੈਨਰਜੀ ਨੇ ਉਹਦੇ ਘਰ ਜਿਹੜੀ ਛਾਪਾਮਾਰੀ ਕੀਤੀ ਗਈ ਤੇ 20 ਕਰੋੜ ਦੇ ਕਰੀਬ ਨਗਦ ਰਾਸ਼ੀ ਜਿਹੜੀ ਆ ਉਸ ਮੰਤਰੀ ਦੇ ਘਰੋਂ ਜਿਹੜੀ ਈਡੀ ਨੇ ਬਰਾਮਦ ਕੀਤੀ ਆ ਮਮਤਾ ਬੈਨਰਜੀ ਤੇ ਜਿਹੜੀ ਪਾਰਟੀ ਦੇ ਆਗੂ ਨੇ। ਹੁਣ 20 ਕਰੋੜ ਦੀ ਰਾਸ਼ੀ ਜਿਹੜੀ ਸੁਖਵਿੰਦਰ ਜੀ ਕੋਈ ਘੱਟ ਰਾਸ਼ੀ ਨਹੀਂ ਹੁੰਦੀ। ਇਸ ਤੋਂ ਇਲਾਵਾ ਜਿਹੜਾ ਦੂਜਾ ਮੰਤਰੀ ਜਿਹੜੇ ਨਾਲ ਨੇ ਉਸ ਨੂੰ ਵੀ ਗ੍ਰਿਫਤਾਰ ਕੀਤਾ ਗਿਆ, ਉਹਦੀ ਜਿਹੜੀ ਰਾਸ਼ੀ ਹੈ ਉਹ ਅਜੇ ਕਲੀਅਰ ਨਹੀਂ ਹੈ, ਪਰ ਉਹਦੇ ਜਿਹੜੇ ਕਿਹਾ ਗਿਆ ਕਿ ਉਸ ਦੇ ਅੰਦਰੋਂ ਵੀ ਮਾਲ ਮੱਤਾ ਜਿਹੜਾ ਕਾਫੀ ਮਿਲਿਆ। ਹੁਣ ਦੂਸਰੇ ਪਾਸੇ ਮਮਤਾ ਬੈਨਰਜੀ ਇਸ ਮੁੱਦੇ ਨੂੰ ਇੱਕ ਰਾਜਨੀਤਿਕ ਬਦਲਾਖੋਰੀ ਦੇ ਰੂਪ 'ਚ ਵੇਖ ਕੇ ਕਹਿ ਰਹੇ ਆ ਕਿ ਅਜੇ ਇਸ ਤਰੀਕੇ ਦੀ ਗੱਲ ਕੀਤੀ ਕਿ ਈਡੀ ਉਹਨਾਂ ਦੇ ਮੰਤਰੀਆਂ ਨੂੰ ਇਸ ਕਰਕੇ ਤੰਗ ਕਰ ਰਹੀ ਆ ਕਿਉਂਕਿ 2024 ਦੇ ਵਿੱਚ ਜਦੋਂ ਦੁਬਾਰਾ ਚੋਣਾਂ ਹੋਣੀਆਂ ਨੇ ਤਾਂ ਬੰਗਾਲ ਦੇ ਵਿੱਚ ਜਿਹੜੀ ਭਾਜਪਾ ਉਸ ਮੁੱਦੇ ਤੇ ਬਾਕੀ ਵਰਕਰਾਂ ਨੂੰ ਡਰਾ ਕੇ ਜਾਂ TMC ਦੇ ਆਗੂਆਂ ਨੂੰ ਡਰਾ ਕੇ ਆਪਣੇ ਨਾਲ ਜੋੜਨ ਦੇ ਮੂਡ 'ਚ ਹੈਗੀ ਆ। ਮਮਤਾ ਬੈਨਰਜੀ ਦਾ ਬਿਆਨ ਇਹ ਆਇਆ। ਪਰ ਸੁਖਵਿੰਦਰ ਜੀ, ਜਿਸ ਤਰੀਕੇ ਨਾਲ ਇਹ 20 ਕਰੋੜ ਦੀ ਰਾਸ਼ੀ ਬਰਾਮਦ ਕਰਦੀ ਆਪਣੇ ਆਪ ਦੇ ਵਿੱਚ ਇੱਕ ਬੜੀ ਵੱਡੀ ਬਰਾਮਦਗੀ ਅਸੀਂ ਕਹਿ ਸਕਦੇ ਕਿ ਇੱਕ ਮੰਤਰੀ ਦੇ ਘਰੋਂ ਜੇ 20 ਕਰੋੜ ਰੁਪਈਆ ਮਿਲਦਾ ਤਾਂ ਉਹ ਵੀ ਉਸ ਮੁੱਦੇ ਦੇ ਉੱਤੇ ਜਿਹਦੇ ਮੁੱਦੇ ਦੇ ਉੱਤੇ ਕੰਪਲੇਨ ਜਾਂ ਸ਼ਿਕਾਇਤਾਂ ਜਿਹੜੀਆਂ ਮਿਲੀਆਂ ਹੋਣ ਤਾਂ ਕੁਦਰਤੀ ਤੌਰ ਤੇ ਫਿਰ ਚਰਚਾਵਾਂ ਦਾ ਵਿਸ਼ਾ ਤਾਂ ਬਣੇਗਾ। ਇਹ ਸੱਚ ਜ਼ਰੂਰ ਪਤਾ ਲੱਗਣਾ ਚਾਹੀਦਾ। ਬਾਕੀ ਜਿਹੜਾ ਵੀ ਕੋਈ ਵਿਅਕਤੀ ਫੜਿਆ ਜਾਂਦਾ ਕਦੇ ਨਹੀਂ ਉਹ ਇੰਨੀ ਗੱਲ ਕਹਿੰਦਾ ਜੀ ਹਾਂਜੀ ਮੈਂ ਇਹ ਕੀਤਾ ਹੀ ਕੰਮ, ਮੈਂ ਇਹ ਧੋਖਾਧੜੀ ਕੀਤੀ ਤਾਂ ਮੈਨੂੰ ਮਾਇਆ ਛਾਇਆ ਉੱਥੋਂ ਮੇਰੀ। ਹਮੇਸ਼ਾ ਫਸਟ ਡਾਇਲੌਗ ਇਹੋ ਹੀ ਹੁੰਦਾ ਕਿ ਇੱਕ ਬਦਲਾਖੋਰੀ ਦੀ ਨੀਤੀ ਆ, ਉਹਦੇ ਤਹਿਤ ਮੈਨੂੰ ਫਸਾ ਲਿਆ ਗਿਆ। ਸੋ ਇਹ ਹੁਣ ਈਡੀ ਨੇ ਵੇਖਣਾ ਕਿ ਸੱਚ ਕੀ ਹੈ ਤੇ ਝੂਠ ਕੀ ਆ। ਬਾਕੀ ਸੁਖਵਿੰਦਰ ਜੀ, ਇਹ ਵੀ ਗੱਲ ਆਪਾਂ ਕਰ ਲਈਏ ਕਿ ਇਸ ਵੇਲੇ ਭਾਜਪਾ ਜਿਹੜੀ ਆ ਵੱਖ-ਵੱਖ ਰਾਜਾਂ ਦੇ ਵਿੱਚ ਜਿੰਨੀਆਂ ਵੀ ਵਿਰੋਧੀ ਪਾਰਟੀਆਂ ਨੇ ਉਹਨਾਂ ਦੇ ਆਗੂਆਂ ਨੂੰ ਨਿਸ਼ਾਨੇ ਤੇ ਲੈ ਰਹੀ ਆ ਔਰ ਸਭ ਤੋਂ ਜ਼ਿਆਦਾ ਖਤਰਾ ਜਿਹੜਾ ਉਹਨਾਂ ਨੂੰ ਅਰਵਿੰਦ ਕੇਜਰੀਵਾਲ ਤੋਂ ਹੈ, ਆਮ ਆਦਮੀ ਪਾਰਟੀ ਤੋਂ ਹੈ। ਕਿਉਂਕਿ ਆਮ ਆਦਮੀ ਪਾਰਟੀ ਜਿਸ ਤਰੀਕੇ ਦੇ ਨਾਲ ਪੰਜਾਬ ਦੇ ਵਿੱਚ ਦਿੱਲੀ ਤੋਂ ਨਿਕਲ ਕੇ ਪੰਜਾਬ 'ਚ ਆਪਣਾ ਰਾਜ ਸਥਾਪਿਤ ਕਰ ਗਈ, ਅੱਜ ਤੱਕ ਹੋਰ ਕੋਈ ਵੀ ਪਾਰਟੀ ਜਿਹੜੀ ਆ ਖੇਤਰੀ ਪਾਰਟੀ ਇਹੋ ਜਿਹਾ ਕੰਮ ਨਹੀਂ ਕਰ ਸਕੀ। ਇੰਨੀਆਂ ਪਾਰਟੀਆਂ ਹਿੰਦੁਸਤਾਨ 'ਚ ਆਈਆਂ ਨੇ, ਕੇਵਲ 2 ਪਾਰਟੀਆਂ ਹੀ ਰਾਜ ਸਥਾਪਿਤ ਕਰਦੀਆਂ ਰਹੀਆਂ, ਕਿਹੜੀਆਂ? ਜਾਂ ਕਾਂਗਰਸ ਤੇ ਜਾਂ ਆਪਣੇ ਭਾਰਤੀ ਜਨਤਾ ਪਾਰਟੀ। ਪੰਜਾਬ ਦੇ ਹੋਰ ਕੋਈ ਪਾਰਟੀ ਜੇਕਰ ਸ਼੍ਰੋਮਣੀ ਅਕਾਲੀ ਦਲ ਰਹੀ ਹੈ ਤੇ ਸ਼੍ਰੋਮਣੀ ਅਕਾਲੀ ਦਲ ਪੰਜਾਬ 'ਚ ਰਹੀ ਹੈ। ਸ਼੍ਰੋਮਣੀ ਅਕਾਲੀ ਦਲ ਕਦੇ ਹਰਿਆਣੇ ਦੇ ਵਿੱਚ ਜਾ ਕੇ ਆਪਣਾ ਰਾਜ ਸਥਾਪਿਤ ਨਹੀਂ ਕਰ ਸਕੀ ਤੇ ਸਿਰਫ ਆਮ ਆਦਮੀ ਪਾਰਟੀ ਜਿਹੀ ਪਾਰਟੀ ਆ
ਜਿਸ ਨੇ ਪਹਿਲੀ ਵਾਰ ਭਾਰਤੀ ਰਾਜਨੀਤੀ ਦੇ ਵਿੱਚ ਇੱਕ ਚੈਲੰਜ ਜਿਹੜਾ ਆ ਉਹ ਦਿੱਤਾ, ਤੇ ਉਹ ਚੈਲੰਜ ਕਿਸ ਨੂੰ ਦਿੱਤਾ? ਭਾਰਤੀ ਜਨਤਾ ਪਾਰਟੀ ਨੂੰ ਦਿੱਤਾ। ਸੋ ਭਾਰਤੀ ਜਨਤਾ ਪਾਰਟੀ ਨੇ ਮਮਤਾ ਬੈਨਰਜੀ ਦੀ ਪਾਰਟੀ ਨੂੰ ਦੇਖ ਲਿਆ ਕਿ ਤ੍ਰਿਣਮੂਲ ਕਾਂਗਰਸ ਦੀ ਜਿਹੜੀ ਹੋਂਦ ਆ ਕੇਵਲ ਬੰਗਾਲ ਤੱਕ ਆ, ਬੰਗਾਲ ਤੱਕ ਉਸ ਨੂੰ ਨੱਪ ਲਓ, ਉੱਥੇ ਨੱਪੀ ਜਾ ਸਕਦੇ ਆ। ਤਾਂ ਇਸੇ ਸੰਦਰਭ 'ਚ ਉੱਥੇ ਬੰਗਾਲ 'ਚ ਉਹਨੂੰ ਨੱਪਣਾ ਸ਼ੁਰੂ ਕਰਤਾ, ਕਿਉਂਕਿ ਟੀਐਮਸੀ ਤੋਂ ਉਹਨਾਂ ਨੂੰ ਖਤਰਾ ਨਹੀਂ, ਉਹਨਾਂ ਜਿੰਨਾ ਖਤਰਾ ਉਹਨਾਂ ਨੂੰ ਆਮ ਆਦਮੀ ਪਾਰਟੀ ਤੋਂ ਹੈ, ਤਾਂ ਭਵਿੱਖ ਦੇ ਚੈਲੰਜ ਦੇ ਰੂਪ 'ਚ ਵੇਖਦੇ ਪਏ ਆ। ਤਾਂ ਸੋ ਆਉਂਦਿਆਂ ਦਿਨਾਂ ਵਿੱਚ ਇਹ ਇੱਕ ਅਲੱਗ ਤਰ੍ਹਾਂ ਦਾ ਅਸੀਂ ਚਰਚਾ ਜ਼ਰੂਰ ਕਰਾਂਗੇ ਇਸ ਵਿਸ਼ੇ ਦੇ ਉੱਤੇ। ਪਰ ਜਿਹੜੀ ਹੁਣ ਸਥਿਤੀ ਆ ਉਹ ਇਹੋ ਹੀ ਹੈ ਕਿ ਭਾਰਤੀ ਜਨਤਾ ਪਾਰਟੀ ਨੇ ਉੱਥੇ ਰੇਡ ਕੀਤਾ, ਤ੍ਰਿਣਮੂਲ ਕਾਂਗਰਸ ਦੇ ਆਗੂ ਨੂੰ ਫੜਿਆ, ਤੇ ਆਉਂਦਿਆਂ ਦਿਨਾਂ ਦੇ ਵਿੱਚ ਈਡੀ ਦੇ ਜਿਹੜੇ ਛਾਪੇ ਨੇ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੇ ਆਗੂਆਂ ਦੇ ਉੱਤੇ ਤੇ ਕਾਂਗਰਸ ਦੇ ਆਗੂਆਂ ਦੇ ਉੱਤੇ ਵੀ ਵੱਜ ਸਕਦੇ ਨੇ। ਇਹ ਆਉਣ ਵਾਲਾ ਸਮੇਂ ਦੀ ਜੋ ਪਤਾ ਲੱਗ ਰਿਹਾ, ਕਨਸੋਆਂ ਜੋ ਮਿਲਦੀਆਂ ਪਈਆਂ ਨੇ, ਉਹਦੇ ਤੋਂ ਇਸ ਤਰ੍ਹਾਂ ਮਹਿਸੂਸ ਹੋ ਰਿਹਾ ਜੀ। ਕਾਂਗਰਸ ਸਾਹਿਬ ਦੇ ਸਾਡੇ ਨਾਲ ਪ੍ਰੋਗਰਾਮ ਦੇ ਵਿੱਚ ਜੁੜੇ, ਤੁਹਾਡਾ ਬਹੁਤ ਬਹੁਤ ਧੰਨਵਾਦ। ਬਹੁਤ ਬਹੁਤ ਸ਼ੁਕਰੀਆ ਸੁਖਵਿੰਦਰ ਜੀ। ਰਾਹੀਂ ਸਨ ਪ੍ਰੋਫੈਸਰ ਮਨਜੀਤ ਸਿੰਘ ਅਣਖੀ ਸਾਹਿਬ, ਜਿਨ੍ਹਾਂ ਦੇ ਵੱਲੋਂ ਇਹਨਾਂ ਅਹਿਮ ਖਬਰਾਂ ਤੇ ਸਾਡੇ ਨਾਲ ਗੱਲਬਾਤ ਕੀਤੀ ਗਈ ਹੈ। ਉਮੀਦ ਕਰਦੇ ਹਾਂ ਕਿ ਅਣਖੀ ਸਾਹਿਬ ਦੇ ਨਾਲ ਕੀਤੀ ਗੱਲਬਾਤ ਤੁਹਾਨੂੰ ਜ਼ਰੂਰ ਪਸੰਦ ਆਈ। ਦੁਬਾਰਾ ਫਿਰ ਮਿਲਾਂਗੇ ਇਸ ਪ੍ਰੋਗਰਾਮ ਦੇ ਵਿੱਚ, ਤਦ ਤੱਕ ਦਿਓ ਇਜਾਜ਼ਤ। ਧੰਨਵਾਦ।